मुसरोवा कबीर की माई। यह बारक कैसे जीवह रघुराई। तनना बुनना सब तजियो है कबीरा। हर का नाम लिख लियो शरीरा। रहाओ जब लग तागा बाह्यो बेही। तब लग बिसरा राम स्नेही। ओछी मत मेरी जात जुलाहा। हर का नाम लह्यो मैं लाहा। कहत कबीर सुनो मेरी माई। हमरा इनका दाता एक रघुराई। कहत कबीर सुनो मेरी माई। हमरा इनका दाता एक रघुराई। वाहिगुरु जी का खालसा वाहिगुरु जी की फतेह। परम सत्कारयोग गुरु की साजी निवाजी सतसंगत जी। आप वडभागी हो वड्डियां भागां वाले हो। जो शब्द गुरु शब्द ब्रह्म सागर। चवर छतर तखत दे मालक। दो जहां दे वाली ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਤਪ ਸਥਾਨ ਗੁਰਦੁਆਰਾ ਬਾਟ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ਮਾਨ ਹੋਣ ਉਪਰੰਤ ਅੰਮ੍ਰਿਤਮਈ ਪੰਜ ਬਾਣੀਆਂ ਦੇ ਜਾਪ ਹੋਏ ਹਨ ਜੀ। ਸ਼੍ਰੀ ਆਸਾ ਜੀ ਦੀ ਵਾਰ ਦਾ ਹਰ ਜਸ ਕੀਰਤਨ। ਗੁਰੂ ਘਰ ਗੁਰੂ ਦਰ ਦੇ ਨਿਵਾਜੇ ਕੀਰਤਨੀਆਂ ਸਿੰਘਾਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਆਓ ਕੋ ਸਮਾਂ ਜੋ ਲੜੀਵਾਰ ਸ਼ਬਦਾਂ ਦੀ ਵਿਚਾਰ। ਆਪ ਸਭ ਸੰਗਤਾਂ ਸਰਵਣ ਕਰ ਰਹੇ ਹੋ। ਪਾਵਨ ਸ਼ਬਦ ਦੀ ਵਿਚਾਰ ਕਰਕੇ ਹਿਰਦਿਆਂ ਦੇ ਵਿੱਚ ਵਸਾ ਕਰ ਆਪਣਾ ਜੀਵਨ ਸਫਲਾ ਕਰੀਏ। ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਧਿਆਨ ਗੁਰ ਚਰਨਾਂ ਦੇ ਵਿੱਚ ਜੋੜ ਕਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਸੀਸ ਝੁਕਾ ਕਰ ਸਰਬੱਤ ਦੇ ਭਲੇ ਵਾਸਤੇ ਸਾਰੀ ਸੰਗਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਰਸਨਾ ਪਵਿੱਤਰ ਕਰੋ ਉਚਾਰਨ ਕਰੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਜ਼ਰੀ ਘਰ ਤੀਜਾ ਮੁਸ ਮੁਸ ਰੋਵੈ ਕਬੀਰ ਕੀ ਮਾਈ। ਇਹ ਬਾਰਕ ਕੈਸੇ ਜੀਵੈ ਰਘੁਰਾਈ। ਗੁਰੂ ਸਵਾਰੀ ਸੰਗਤ ਜੀ ਪਾਵਨ ਸ਼ਬਦ ਸ਼੍ਰੋਮਣੀ ਭਗਤ
ਭਗਤ ਕਬੀਰ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਗੂਜਰੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 524 ਅੰਕ ਪਰ ਸੁਭਾਇਮਾਨ ਹੈ ਜੀ। ਕਬੀਰ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਇਹ ਗੁਰੂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਹੇ ਭਾਈ, ਚਿੰਤਾ ਨਾ ਕਰ, ਚੇਤੇ ਕਰ। ਜਿਤਨੀ ਵੀ ਚਿੰਤਾ ਹੈ, ਫਿਕਰ ਹੈ ਨਾ, ਉਹ ਸਾਰੇ ਦੇ ਸਾਰੇ ਪ੍ਰਮਾਤਮਾ ਤੇ ਛੱਡ ਦੇ। ਇੱਕ ਕਾਰਜ ਕਰਕੇ ਉਸ ਦਾ ਸਿਮਰਨ ਕਰ, ਉਸ ਦੀ ਭਜਨ ਬੰਦਗੀ ਕਰ, ਉਸ ਦੀ ਯਾਦ ਦੇ ਵਿੱਚ ਜੁੜਿਆ ਰਹਿ। ਤੇਰੇ ਜਿਹੜੇ ਕਾਰਜ ਹਨ ਉਹ ਪ੍ਰਮਾਤਮਾ ਜੀ ਆਪ ਕਰਦੇ ਹੋਵਣਗੇ, ਕਿਉਂਕਿ ਮਾਲਕ ਦੇ ਹੁਕਮ ਤੋਂ ਬਿਨਾਂ, ਜਿਵੇਂ ਅਸੀਂ ਸਾਰੇ ਆਖਦੇ ਹਾਂ, ਸੁਣਦੇ ਹਾਂ ਕਿ ਉਸ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿਲ ਸਕਦਾ, ਤਾਂ ਤੇਰੇ ਰਿਜ਼ਕ ਦਾ, ਤੇਰੇ ਪਰਿਵਾਰ ਦਾ, ਜੀਆ ਜੰਤ ਦਾ ਜਿਹੜਾ ਫਿਕਰ ਹੈ ਉਹ ਪ੍ਰਮਾਤਮਾ ਨੂੰ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਜਿੱਥੇ ਜਿੱਥੇ ਵੀ ਉਸ ਪ੍ਰਮਾਤਮਾ ਨੇ ਜੀਵ ਜੰਤ ਪੈਦਾ ਕੀਤੇ, ਉਹਨਾਂ ਨੂੰ ਰਿਜ਼ਕ ਆਪ ਬਖਸ਼ਿਸ਼ ਕੀਤਾ। ਤੇ ਇੱਥੋਂ ਤੱਕ ਕਿ ਸੈਲ ਪੱਥਰ ਮਹਿ ਜੰਤ ਉਪਾਏ, ਤਾਂ ਕਾ ਰਿਜ਼ਕ ਆਗਿਆ ਕਰ ਧਰਿਆ। ਪੱਥਰਾਂ ਦੇ ਵਿੱਚ ਵੀ ਉਹ ਜੀਵਾਂ ਨੂੰ ਜੀਵਨ ਦੇ ਰਿਹਾ, ਰਿਜ਼ਕ ਦੇ ਰਿਹਾ ਹੈ। ਜਿਸ ਜਿਸ ਪ੍ਰਕਾਰ ਦਾ ਕਿਸੇ ਦਾ ਜੀਵਨ, ਉਸੇ ਹੀ ਪ੍ਰਕਾਰ ਦਾ ਉਸ ਦਾ ਭੋਜਨ ਪ੍ਰਮਾਤਮਾ ਨੇ ਮੁਕਰਰ ਕੀਤਾ, ਬਖਸ਼ਿਸ਼ ਕੀਤੀ ਹੈ ਤੇ ਦੇ ਰਿਹਾ ਹੈ। ਵੇਖਿਆ ਜਾਵੇ ਕੁਦਰਤ ਦੇ ਵਿੱਚ ਜਿਤਨੇ ਵੀ ਪੰਛੀ ਆਦਿਕ ਹਨ, ਉਹ ਰਾਤ ਨੂੰ ਕਦੇ ਅਗਲੇ ਦਿਨ ਦਾ ਫਿਕਰ ਨਹੀਂ ਕਰਦੇ ਹਨ ਕਿ ਕੱਲ ਨੂੰ ਕੀ ਹੋਵੇਗਾ, ਕਿਉਂਕਿ ਉਹਨਾਂ ਨੂੰ ਪ੍ਰਮਾਤਮਾ ਦੇ ਉੱਪਰ ਭਰੋਸਾ, ਜਿਸ ਨੇ ਜੀਵਨ ਦਿੱਤਾ ਹੈ ਉਹ ਭਲਕ ਦਾ ਖਿਆਲ, ਆਉਣ ਵਾਲੇ ਦਿਨ ਦਾ ਖਿਆਲ ਰੱਖੇਗਾ ਤੇ ਉਹ ਕਦੇ ਭੁੱਖਾ ਨਹੀਂ ਮਰਨ ਦੇਵੇਗਾ। ਪੰਛੀ ਆਦਿ ਕਦੇ ਵੀ ਆਪਣੇ ਕੋਲ ਅਨਾਜ ਜੋੜ ਕੇ ਨਹੀਂ ਰੱਖਦੇ ਤੇ ਉਹ ਕਦੇ ਵੀ ਭੁੱਖੇ ਨਹੀਂ ਮਰਦੇ। ਮਨੁੱਖ ਆਪਣੇ ਕੋਲ ਜੋੜ ਕੇ ਰੱਖਦਾ ਤੇ ਹਮੇਸ਼ਾ ਹੀ ਇਹ ਭੁੱਖਾ ਹੀ ਰਹਿੰਦਾ, ਕਦੇ ਵੀ ਇਹ ਰੱਜਦਾ ਹੀ ਨਹੀਂ ਹੈ। ਪਦਾਰਥ ਹੋਰ ਪ੍ਰਾਪਤ ਹੋ ਜਾਵਨ, ਹੋਰ ਬਹੁਤ ਸਾਰੀਆਂ ਵਸਤੂਆਂ ਪ੍ਰਾਪਤ ਹੋ ਜਾਵਨ, ਨਿਰੰਤਰ ਇਸੇ ਦੇ ਵਿੱਚ ਹੀ ਸਮੁੱਚਾ ਜਿਹੜਾ ਜੀਵਨ ਉਹ ਬਤੀਤ ਹੋ ਰਿਹਾ ਹੈ। ਕਿਤੇ ਵੇਖਿਆ ਕਿ ਕੋਈ ਸਟੋਰ ਆਦਿਕ ਪਸ਼ੂਆਂ ਨੇ, ਪੰਛੀਆਂ ਨੇ ਰੱਖੇ ਹੋਵਨ? ਹਾਂ, ਜਿਹੜੇ ਅਸੀਂ ਘਰਾਂ ਦੇ ਵਿੱਚ ਪਾਲਦੇ ਹਾਂ ਪਸ਼ੂ ਆਦਿਕ, ਪੰਛੀ ਆਦਿਕ, ਉਹਨਾਂ ਦਾ ਅਨਾਜ ਅਸੀਂ ਜ਼ਰੂਰ ਸਟੋਰ ਕੀਤਾ ਹੋਵੇਗਾ, ਆਪਣੇ ਕੋਲ ਰੱਖਿਆ ਹੋਵੇਗਾ। ਕੋਈ ਵੀ ਜਿਹੜਾ ਪਾਲਤੂ, ਚਾਹੇ ਪੰਛੀ ਚਾਹੇ ਜਾਨਵਰ, ਅਸੀਂ ਘਰ ਦੇ ਵਿੱਚ ਰੱਖਦੇ ਹਾਂ। ਤੇ ਜਿਹੜੇ ਆਜ਼ਾਦ ਹਨ, ਉਹਨਾਂ ਨੇ ਕਦੇ ਇਸ ਪ੍ਰਕਾਰ ਦਾ ਕਾਰਜ ਨਹੀਂ ਕੀਤਾ ਜੀ। ਘਰਾਂ ਦੇ ਵਿੱਚ ਮੱਝਾਂ ਗਾਵਾਂ ਤੇ ਅਸੀਂ ਉਹਨਾਂ ਵਾਸਤੇ ਪੱਠੇ ਵੀ ਬੀਜਦੇ ਹਾਂ, ਸੁੱਕੇ ਦਾ ਵੀ ਪ੍ਰਬੰਧ ਕਰਦੇ, ਸਾਲ ਦੀ ਤੂੜੀ ਇਕੱਠੀ ਕਰਕੇ ਰੱਖਾਂਗੇ, ਬੋਰੀਆਂ ਖਲ ਦੀਆਂ, ਫੀਡ ਦੀਆਂ ਲਿਆ ਕੇ ਰੱਖੀਆਂ ਹੋਵਣਗੀਆਂ। ਉਹਨਾਂ ਦੀ ਸਿਹਤ ਦਾ ਵੀ ਖਿਆਲ ਰੱਖਦੇ ਹੋਵਾਂਗੇ, ਦਵਾ ਦਾਰੂ ਵੀ ਉਹਨਾਂ ਨੂੰ ਦਿੰਦੇ ਹੋਵਾਂਗੇ। ਕਦੇ ਉਹਨਾਂ ਨੂੰ ਲੂਣ ਦੇਵਾਂਗੇ, ਕਦੇ ਮਸਾਲੇ ਦੇਵਾਂਗੇ, ਕਦੇ ਡਾਕਟਰਾਂ ਦੇ ਕੋਲ ਚੈੱਕਅਪ ਕਰਾਵਾਂਗੇ ਕਿ ਉਹ ਠੀਕ ਰਹਿਣ। ਪਰ ਜਿਹੜੇ ਜੰਗਲਾਂ ਦੇ ਵਿੱਚ ਜਾਂ ਜਿਹੜੇ ਸਾਡੀ ਗੁਲਾਮੀ ਤੋਂ ਪਰੇ ਜਾਨਵਰ ਹਨ, ਮੱਝਾਂ ਗਾਵਾਂ ਹਨ, ਉੱਥੇ ਉਹਨਾਂ ਨੇ ਕਦੇ ਵੀ ਪੂਰੇ ਸਾਲ ਦੀ ਤੂੜੀ ਸਟੋਰ ਕਰਕੇ ਨਹੀਂ ਰੱਖੀ। ਨਾ ਉਹਨਾਂ ਵਾਸਤੇ ਕਿਸੇ ਨੇ ਪੱਠੇ ਆਦਿਕ ਬੀਜੇ, ਨਾ ਉਹਨਾਂ ਨੂੰ ਖਲ, ਨਾ ਫੀਡ ਪ੍ਰਾਪਤ ਹੋ ਰਹੀ, ਨਾ ਕੋਈ ਦਵਾ ਦਾਰੂ, ਪਰ ਜੀਵਨ ਉਹਨਾਂ ਦਾ ਵੀ ਸੁਚੱਜਾ ਜੀ। ਜਿਤਨੇ ਵੀ ਪਾਲਤੂ ਜਾਨਵਰ ਅਸੀਂ ਰੱਖਦੇ, ਮਨੁੱਖ ਉਹਨਾਂ ਵਾਸਤੇ ਸਟੋਰ ਕਰਦਾ, ਜਾਨਵਰ ਆਪਣੇ ਵਾਸਤੇ ਕਦੇ ਸਟੋਰ ਨਹੀਂ ਕਰਦੇ ਹਨ, ਭੰਡਾਰ ਨਹੀਂ ਭਰ ਕੇ ਰੱਖਦੇ ਜੀ। ਪੰਛੀ ਜਿਹੜਾ ਤਾਂ ਅਸੀਂ ਪਿੰਜਰੇ ਦੇ ਵਿੱਚ ਪਾ ਲਿਆ ਜੀ, ਉਸ ਵਾਸਤੇ ਅਸੀਂ ਫਿਰ ਦਾਣਾ ਫੱਕਾ ਇਕੱਠਾ ਕਰ ਲਿਆ ਕਿ ਇਸ ਨੂੰ ਕਿਹੜੇ ਵੇਲੇ ਕਿਹੜੀ ਚੀਜ਼ ਦੀ ਲੋੜ। ਪਰ ਜਿਹੜਾ ਆਜ਼ਾਦ ਪੰਛੀ ਚੱਲਦਾ ਪਿਆ,
ਉਹ ਕਦੇ ਵੀ ਇਸ ਪ੍ਰਕਾਰ ਨਹੀਂ ਸੋਚਦਾ ਕਿ ਭਲਕੇ ਕੀ ਖਾਧਾ ਜਾਵੇਗਾ, ਕਿਵੇਂ ਖਾਧਾ ਜਾਵੇਗਾ। ਇਥੋਂ ਤੱਕ ਕਿ ਉਹ ਆਪਣੇ ਬੱਚਿਆਂ ਦਾ ਵੀ ਫਿਕਰ ਨਹੀਂ ਕਰਦੇ। ਅਸੀਂ ਆਪਣੇ ਬੱਚਿਆਂ ਦਾ ਫਿਕਰ ਕਰਦੇ ਹਾਂ ਕਿ ਕੀ ਖਾਵਣਗੇ। ਇਹਨਾਂ ਵਾਸਤੇ ਜ਼ਮੀਨ ਜਾਇਦਾਦ ਹੋਣੀ ਚਾਹੀਦੀ, ਕੋਈ ਚੰਗਾ ਕਾਰੋਬਾਰ, ਕੋਈ ਬੈਂਕ ਬੈਲੈਂਸ ਆਦਿਕ ਹੋਵੇਗਾ। ਬੱਚਿਆਂ ਦਾ ਫਿਕਰ ਕਰਦੇ ਹਾਂ। ਤੇ ਜਿਹੜੇ ਪੰਛੀ ਹਨ ਉਹ ਸਿਰਫ ਆਪਣੇ ਬੱਚਿਆਂ ਨੂੰ ਉੱਡਣਾ ਸਿਖਾਉਂਦੇ, ਬਾਕੀ ਸਾਰਾ ਜੀਵਨ ਦਾ ਕਾਰ ਵਿਹਾਰ ਉਹ ਆਪ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਕਰਦੇ ਹਨ। ਕਬੀਰ ਸਾਹਿਬ ਜੀ ਨੇ ਇੱਥੇ ਹੀ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕੀਤੀ ਹੈ ਕਿ ਜ਼ਿਕਰ ਕਰੋ ਪਰਮਾਤਮਾ ਦਾ, ਫਿਕਰ ਨਾ ਕਰੋ। ਫਿਕਰ ਉਸ ਮਾਲਕ ਵਾਹਿਗੁਰੂ ਜੀ ਦੇ ਉੱਪਰ ਛੱਡ ਦੇਵੋ, ਕਿਉਂਕਿ ਉਹ ਨਿਰੰਤਰ ਜਿੱਥੇ ਬਾਕੀ ਸਾਰੇ ਜੀਵਾਂ ਨੂੰ ਦੇ ਰਿਹਾ, ਉਥੇ ਹੀ ਮਨੁੱਖ ਤੈਨੂੰ ਵੀ ਉਹ ਦਾਣਾ ਫੱਕਾ ਦੇਵੇਗਾ। ਤੇਰੇ ਵੀ ਰਿਜ਼ਕ ਦਾ ਉਸ ਨੇ ਪ੍ਰਬੰਧ ਕੀਤਾ ਹੋਵੇਗਾ। ਜੀਵਨ ਦਾ ਇੱਕ ਪੜਾਅ ਹੈ ਜੀ, ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਜਾਂ ਫਿਰ ਜਨਮ ਹੋ ਗਿਆ, ਜਦੋਂ ਅਜੇ ਖੱਟ ਕਮਾਉਣ ਜੋਗਾ ਨਹੀਂ, ਤੇ ਉਦੋਂ ਵੀ ਤਾਂ ਪ੍ਰਮਾਤਮਾ ਨੇ ਉਸ ਦਾ ਫਿਕਰ ਕੀਤਾ ਸੀ, ਰਿਜ਼ਕ ਉਸ ਨੂੰ ਪਹੁੰਚਾਇਆ ਸੀ। ਜਦੋਂ ਦੰਦ ਨਹੀਂ ਸੀ, ਦੁੱਧ ਬਖਸ਼ਿਸ਼ ਕਰ ਦਿੱਤਾ। ਤੇ ਜੇਕਰ ਹੁਣ ਦੰਦ ਦਿੱਤੇ ਹਨ ਤੇ ਕੀ ਉਹ ਰਿਜ਼ਕ ਨਾ ਦੇਵੇਗਾ? ਕਿਸ ਗੱਲ ਦੀ ਚਿੰਤਾ, ਕਾਹਦੇ ਦਾ ਝੋਰਾ ਹੈ, ਕਿਸ ਪ੍ਰਕਾਰ ਦਾ? ਕਿਉਂ ਹਰ ਵੇਲੇ ਚਿੰਤਾ ਦੇ ਵਿੱਚ ਮਨੁੱਖ ਬਿਮਾਰ ਹੋ ਰਿਹਾ? ਉਸ ਤੇ ਭਰੋਸਾ ਕਰਕੇ ਵੇਖ, ਉਹ ਦੇਵੇਗਾ। ਤੇ ਜਿਨ੍ਹਾਂ ਨੇ ਭਰੋਸਾ ਕੀਤਾ ਨਾ ਜੀ, ਉਹਨਾਂ ਦਾ ਪਾਰ ਉਤਾਰਾ ਹੋ ਗਿਆ, ਉਹਨਾਂ ਦਾ ਜੀਵਨ ਸੁਚੱਜਾ ਹੋ ਗਿਆ ਜੀ। ਯਕੀਨ ਦੀ ਲੋੜ, ਭਰੋਸੇ ਦੀ ਲੋੜ। ਸਿੱਖ ਇਤਿਹਾਸ ਦਾ ਇੱਕ ਅਹਿਮ ਪਾਤਰ, ਬੜਾ ਸੁਚੱਜਾ ਜੀਵਨ, ਜਿਨ੍ਹਾਂ ਨੂੰ ਬਾਬੇ ਨਾਨਕ ਦੇ ਉੱਪਰ, ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦੇ ਉੱਪਰ ਪੂਰਨ ਵਿਸ਼ਵਾਸ, ਪੂਰਨ ਭਰੋਸਾ, ਤੇ ਉਹ ਡੋਲੇ ਹੀ ਕਦੇ ਨਹੀਂ ਜੀ। ਗੁਰਸਿੱਖ ਪਿਆਰਿਆਂ ਦਾ ਨਾਮ ਭਾਈ ਸ਼ੀਹਾਂ ਜੀ ਆਪਣੇ ਨਗਰ ਪਿੰਡ ਦੇ ਵਿੱਚ ਰਹਿੰਦੇ ਕਿਰਤ ਕਰਦੇ ਹਨ। ਕਿਰਤ ਕਰਦੇ, ਦਿਹਾੜੀ ਆਦਿਕ ਦਾ ਕਾਰਜ, ਮਜ਼ਦੂਰੀ ਕਰਦੇ ਹਨ। ਤੇ ਜਿਤਨੇ ਵੀ ਪੈਸੇ ਆਦਿਕ ਜਾਂ ਹੋਰ ਪਦਾਰਥ ਪ੍ਰਾਪਤ ਹੁੰਦੇ, ਉਹਨੇ ਦੇ ਵਿੱਚ ਹੀ ਉਹ ਸੰਤੁਸ਼ਟ ਤੇ ਗੁਰੂ ਨਾਨਕ ਦਾ ਧੰਨਵਾਦ ਕਰਦੇ ਹਨ। ਕੁਝ ਦਿਨ ਬਤੀਤ ਹੋ ਗਏ, ਕੁਦਰਤੀ ਜਿਹੜੀ ਦਿਹਾੜੀ ਆਦਿਕ ਸੀ ਉਹ ਪ੍ਰਾਪਤ ਨਾ ਹੋਈ। ਨਾ ਪੈਸੇ ਆਏ, ਨਾ ਅਨਾਜ ਘਰ ਦੇ ਵਿੱਚ ਆਇਆ। ਤੇ 3 ਦਿਨਾਂ ਤੋਂ ਦੋਨੋਂ ਹੀ ਜੋ ਹਨ ਤੇ ਛੋਟਾ ਜਿਹਾ ਉਹਨਾਂ ਦਾ ਬੱਚਾ, ਉਹ ਭੁੱਖੇ ਹਨ, ਕਿਉਂਕਿ ਅਨਾਜ ਨਹੀਂ ਪ੍ਰਾਪਤ ਹੋਇਆ, ਪ੍ਰਸ਼ਾਦਾ ਪਾਣੀ ਨਾ ਪ੍ਰਾਪਤ ਹੋਇਆ। ਅੱਜ ਤੀਸਰੇ ਦਿਨ ਦੀ ਆਰੰਭਤਾ ਹੋਈ ਤੇ ਪਿੰਡ ਦੇ ਵਿੱਚ ਇੱਕ ਜਿਹੜਾ ਸ਼ਾਹੂਕਾਰ ਸੀ ਨਾ, ਉਸਨੇ ਆਪਣੇ ਘਰ ਦੇ ਵਿੱਚ ਕੁਝ ਕਾਰਜ ਕਰਵਾਉਣਾ ਸੀ ਤੇ ਦਿਹਾੜੀ ਦੇ ਉੱਪਰ ਭਾਈ ਸ਼ੀਹਾਂ ਜੀ ਨੂੰ ਲਗਾ ਲਿਆ ਜੀ। ਸਾਰਾ ਦਿਨ ਮਿਹਨਤ ਕੀਤੀ, ਬੜੀ ਹੱਡ ਭੰਨਵੀਂ ਮਸ਼ੱਕਤ ਕੀਤੀ। ਸ਼ਾਮਾਂ ਪਈਆਂ ਤਾਂ ਉਹ ਸ਼ਾਹੂਕਾਰ ਨੇ 3 ਪੈਸੇ ਮਜ਼ਦੂਰੀ ਦੇ ਦਿੱਤੀ ਹੈ। ਉਥੇ ਝਗੜਾ ਨਹੀਂ ਕੀਤਾ ਹੈ ਕਿ ਮੈਨੂੰ ਵਧੇਰੇ ਪੈਸੇ ਚਾਹੀਦੇ ਜਾਂ ਮੇਰੀ ਮਿਹਨਤ ਵਧੇਰੇ ਸੀ, ਪੈਸੇ ਵਧੇਰੇ ਚਾਹੀਦੇ ਹਨ। ਸਗੋਂ ਸੋਚਿਆ ਕਿ ਬਾਬੇ ਨਾਨਕ ਨੇ ਕਿਰਪਾ ਕੀਤੀ, ਅੱਜ ਇੰਨੇ ਪੈਸੇ ਬਖਸ਼ਿਸ਼ ਕੀਤੇ, ਮੇਰੇ ਭਾਗਾਂ ਦੇ ਵਿੱਚ ਅੱਜ ਵਾਸਤੇ ਇੰਨੇ ਹੀ ਪੈਸੇ ਸਨ। 3 ਪੈਸੇ ਪ੍ਰਾਪਤ ਕਰਕੇ ਭਾਈ ਲਹਿਣਾ ਜੀ ਦੀ ਦੁਕਾਨ ਦੇ ਉੱਪਰ ਗਏ ਹਨ। ਭਾਈ ਲਹਿਣਾ ਜੀ ਨੂੰ ਜਾਕਰ 3 ਪੈਸੇ ਦੇ ਦਿੱਤੇ ਤੇ ਆਖਿਆ, ਘਰ ਵਾਸਤੇ ਸੌਦਾ ਸਿੱਧਾ ਆਦਿਕ ਦੇ ਦੇਵੋ, ਆਟਾ ਆਦਿਕ ਕੋ ਪਦਾਰਥ ਦੇ ਦੇਵੋ। ਹੁਣ 3 ਪੈਸੇ, 3 ਪੈਸਿਆਂ ਦਾ ਕਿੰਨਾ ਕੁ ਅਨਾਜ ਆਵੇਗਾ? ਭਾਈ ਲਹਿਣਾ ਜੀ ਨੇ ਵੇਖਿਆ, ਜਾਣਿਆ ਕਿ ਘਰ ਦੇ ਵਿੱਚ 2 ਜੀ ਆਪ ਹਨ, ਇੱਕ ਛੋਟਾ ਜਿਹਾ ਬੱਚਾ। ਇੰਨੇ ਪੈਸਿਆਂ ਦੇ ਅਨਾਜ ਦੇ ਨਾਲ ਇਹਨਾਂ ਦਾ ਗੁਜ਼ਾਰਾ ਨਹੀਂ ਹੋਵੇਗਾ। ਤਾਂ ਜਦੋਂ ਉਹ ਆਟਾ, ਅਨਾਜ ਆਦਿਕ ਤੋਲਦੇ ਪਏ ਨਾ, ਤੇ ਆਪਣੇ ਵੱਲੋਂ ਹਮਦਰਦੀ ਕਰਦਿਆਂ ਹੋਇਆਂ ਕੁਝ ਮੁੱਠਾਂ ਅਨਾਜ ਦੀਆਂ ਵਧੇਰੇ ਪਾ ਦਿੱਤੀਆਂ। ਕੰਬ ਗਏ ਭਾਈ ਲਹਿਣਾ ਜੀ, ਭਾਈ ਸ਼ੀਹਾਂ ਜੀ। ਆਖ ਦਿੱਤਾ, ਨਾ ਭਾਈ ਲਹਿਣਾ, ਜਿੰਨਾ ਮੇਰਾ ਹੱਕ ਹੈ ਨਾ, ਓਨਾ ਹੀ ਮੈਨੂੰ ਦਿੱਤਾ ਜਾਵੇ।
ਜਿਹੜਾ ਮੇਰਾ ਹੱਕ ਨਹੀਂ ਉਹ ਨਾ ਮੈਨੂੰ ਦਿਓ, ਕਿਉਂਕਿ ਮੇਰੇ ਬਾਬੇ ਨਾਨਕ ਨੇ ਮੈਨੂੰ ਸਿੱਖਿਆ ਦਿੱਤੀ ਕਿ ਹੱਕ ਪਰਾਇਆ ਨਾਨਕਾ ਉਸ ਸੂਆ ਰੁਸ ਗਾਏ, ਗੁਰ ਪੀਰ ਹਾਮਾ ਤਾ ਪਰੇ ਜਾ ਮੁਰਦਾਰ ਨਾ ਖਾਏ। ਗੁਰੂ ਨੇ ਮੇਰੀ ਹਾਮੀ ਨਹੀਂ ਭਰਨੀ ਹੈ, ਪਰਾਇਆ ਧਨ ਖਾਵਾਂਗਾ ਨਾ ਤੇ ਮੈਂ ਮੁਰਦਾ ਖਾਵਾਂਗਾ, ਤੇ ਮੁਰਦਾ ਖਾਣ ਵਾਲੇ ਦੀ ਬਾਹਾਂ ਗੁਰੂ ਕਦੇ ਵੀ ਨਹੀਂ ਫੜੇਗਾ। ਇੱਕ ਜੀਵਨ ਹੈ ਗੁਰਸਿੱਖ ਪਿਆਰਿਆਂ ਦਾ। ਉਦੋਂ ਇਸੇ ਹੀ ਪ੍ਰਕਾਰ ਜੀਵਨ ਨੂੰ ਵੇਖ ਕੇ ਲੋਕ ਪ੍ਰਭਾਵਿਤ ਹੁੰਦੇ ਸਨ ਤੇ ਫਿਰ ਪੁੱਛਦੇ ਸੀ ਤੇਰਾ ਗੁਰੂ ਕੌਣ ਹੈ, ਕਿਉਂਕਿ ਜੀਵਨ ਹੀ ਪ੍ਰਚਾਰ ਕਰਦਾ ਸੀ। ਅੱਜ ਅਸੀਂ ਸਾਡੇ ਘਰਾਂ ਦੇ ਵਿੱਚ ਸਾਰੇ ਪਦਾਰਥ, ਮੈਂ ਵੀ ਵਿੱਚੇ ਹੀ ਆਵਾਂਗਾ, ਬਾਹਰ ਨਹੀਂ ਹਾਂ। ਘਰਾਂ ਦੇ ਵਿੱਚ ਮਾਲਕ ਦੀ ਕਿਰਪਾ ਸਾਰੇ ਹੀ ਪਦਾਰਥ ਹਨ, ਪਰ ਫਿਰ ਵੀ ਅਸੀਂ ਤਰਲੋ ਮੱਛੀ ਹੁੰਦੇ ਹਾਂ ਕਿ ਭਾਈ ਸਾਨੂੰ ਫਰੀ ਦਾ ਸਮਾਨ ਕੁਝ ਜੋ ਹੈ ਨਾ ਉਹ ਜ਼ਰੂਰ ਪ੍ਰਾਪਤ ਹੋਣਾ ਚਾਹੀਦਾ। ਅਸੀਂ ਵੀ ਸਾਰਿਆਂ ਨੇ ਹੀ ਕਾਰਡ ਆਦਿਕ ਬਣਾਏ ਹਨ ਕਿ ਫਰੀ ਦਾ ਜਿਹੜਾ ਆਟਾ ਦਾਲ ਆਦਿਕ ਅਨਾਜ ਹੈ ਨਾ, ਕਣਕ ਆਦਿਕ ਹੈ, ਉਹ ਪ੍ਰਾਪਤ ਹੋਵੇ। ਉਹ ਵੀ ਅਸੀਂ ਪ੍ਰਾਪਤ ਕਰ ਲਈ ਜਿਹੜੀ ਫਰੀ ਦੀ ਪ੍ਰਾਪਤ ਹੋਈ, ਤੇ ਜਿਹੜੀ 2 ਰੁਪਏ ਕਿਲੋ ਵਾਲੀ ਕਣਕ ਸੀ ਉਹਦਾ ਵੱਖਰਾ ਕਾਰਡ ਬਣਾ ਲਿਆ, ਤੇ ਜਦੋਂ ਉਹ ਵੀ ਆਈ ਨਾ ਤੇ ਉਹ ਵੀ ਅਸੀਂ ਪ੍ਰਾਪਤ ਕੀਤੇ ਜੀ। ਚੀਜ਼ ਤਾਂ ਉਹ ਲੋੜਵੰਦਾਂ ਵਾਸਤੇ ਸੀ ਨਾ, ਕਿ ਭਾਈ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ, ਜਿਨ੍ਹਾਂ ਦੇ ਘਰ ਦੇ ਵਿੱਚ ਜਿਹੜਾ ਕਮਾਉਣ ਵਾਲਾ ਸ਼ਖਸ ਉਹ ਸੰਸਾਰ ਤੋਂ ਚਲਿਆ ਗਿਆ, ਤੇ ਚਲੋ ਸਰਕਾਰੀ ਰੂਪ ਦੇ ਵਿੱਚ, ਇਨਸਾਨੀਅਤ ਰੂਪ ਦੇ ਵਿੱਚ ਉਹਨਾਂ ਦੀ ਇੱਕ ਮਦਦ ਕੀਤੀ ਜਾਵੇ ਜੀ। ਚੰਗੇ ਭਲੇ ਅਸੀਂ ਸਾਰੇ ਚੰਗੇ ਭਲੇ, ਸਾਡੇ ਘਰ ਪਰਿਵਾਰ ਮਾਲਕ ਨੇ ਤੰਦਰੁਸਤੀ ਵੀ ਦਿੱਤੀ ਹੋਈ, ਕਾਰੋਬਾਰ ਵੀ ਦਿੱਤਾ ਹੋਇਆ, ਚੰਗੇ ਪੈਸੇ ਵੀ ਘਰਾਂ ਦੇ ਵਿੱਚ ਆ ਰਹੇ, ਜ਼ਮੀਨ ਜਾਇਦਾਦ ਵੀ, ਪਰ ਉਹ ਫਰੀ ਦਾ ਪ੍ਰਾਪਤ ਕਰਨ ਦਾ ਜਿਹੜਾ ਮਨਸੂਬਾ ਸਾਡੇ ਅੰਦਰ ਬਣਿਆ, ਅਸੀਂ ਜਿੱਦ ਦੇ ਨਾਲ ਫਿਰ ਕਾਰਡ ਆਦਿਕ ਆਪਣੇ ਬਣਾਉਂਦੇ ਤੇ ਫਰੀ ਦਾ ਅਨਾਜ ਅਸੀਂ ਪ੍ਰਾਪਤ ਕਰਦੇ, ਲੈਣਾ ਦੇ ਵਿੱਚ ਲੱਗ ਕੇ, ਤੇ ਉਹ ਫਰੀ ਦੀ ਕਣਕ ਜਾਂ 2 ਰੁਪਏ ਕਿਲੋ ਵਾਲਾ ਅਨਾਜ ਪ੍ਰਾਪਤ ਕਰਨ ਵਾਸਤੇ ਅਸੀਂ ਗੱਡੀਆਂ ਦੇ ਉੱਪਰ ਜਾ ਰਹੇ ਹਾਂ। ਗਰੀਬ ਅਸੀਂ ਇੰਨੇ ਕਿ ਅਸੀਂ ਅਨਾਜ ਫਰੀ ਪ੍ਰਾਪਤ ਕਰਨਾ ਚਾਹੁੰਦੇ, ਤੇ ਅਮੀਰ ਅਸੀਂ ਇੰਨੇ ਹਾਂ ਕਿ ਉਸ ਅਨਾਜ ਨੂੰ ਲੈਣ ਵਾਸਤੇ ਅਸੀਂ ਕਾਰਾਂ ਤੇ ਜਾਂਦੇ ਹਾਂ। ਘਰਾਂ ਦੇ ਵਿੱਚ ਸਾਡੇ ਏਸੀ ਸੁਚੱਜੇ ਘਰ ਸਾਡੇ ਬਣੇ ਹੋਏ, ਫਿਰ ਵੀ ਅਸੀਂ ਸੋਚਦੇ ਕਿ ਜਿਹੜਾ 600 ਯੂਨਿਟ ਕਿਤੇ ਉਸ ਤੋਂ ਇੱਕ ਵੀ ਯੂਨਿਟ ਵਧੇਰੇ ਨਾ ਬਲ ਜਾਵੇ, ਕਿਉਂਕਿ ਪਰਾਇਆ ਹੱਕ ਖਾਣ ਦੀ ਸਾਨੂੰ ਜਿਹੜੀ ਆਦਤ ਹੈ ਨਾ ਉਹ ਸਾਰਿਆਂ ਨੂੰ ਪੈ ਚੁੱਕੀ ਹੈ। ਜਦ ਕਿ ਜਿਹੜਾ ਜੀਵਨ ਸੀ ਗੁਰੂ ਕੇ ਪਿਆਰੇ ਸਿੱਖਾਂ ਦਾ ਨਾ, ਉਹ ਇਸ ਤੋਂ ਬੜਾ ਉੱਪਰ ਸੀ। ਸਿਰਫ ਕੁਝ ਅਨਾਜ ਵਧੇਰੇ ਪ੍ਰਾਪਤ ਹੋਇਆ, ਭਾਈ ਸ਼ੀਹਾਂ ਜੀ ਨੇ ਨਾ ਕਰ ਦਿੱਤੀ, ਆਖਿਆ ਨਾ ਭਾਈ ਲਹਿਣਾ ਜੀ, ਇਹ ਨਹੀਂ ਮੈਨੂੰ ਅਨਾਜ ਚਾਹੀਦਾ ਹੈ। ਭਾਈ ਲਹਿਣਾ ਜੀ ਨੇ ਆਖਿਆ ਸ਼ੀਹਾਂ ਜੀ, ਪਤਾ ਹੈ ਕਿ ਇਹ ਅਨਾਜ ਵਧੇਰੇ ਮੈਂ ਆਪਣੇ ਵੱਲੋਂ ਪਾਇਆ ਹੈ, ਕਿਉਂਕਿ ਜਿੰਨਾ 3 ਪੈਸਿਆਂ ਦਾ ਅਨਾਜ ਬਣਨਾ ਸੀ ਓਨੇ ਨਾਲ ਤੁਹਾਡਾ ਗੁਜ਼ਾਰਾ ਨਹੀਂ ਸੀ ਹੋਣਾ, ਮੈਂ ਜਾਣਦਾ ਹਾਂ। ਇਸ ਕਰਕੇ ਤੁਹਾਡਾ ਗੁਜ਼ਾਰਾ ਹੋ ਜਾਵੇ, ਕੁਝ ਅਨਾਜ ਵਧੇਰੇ ਪਾਇਆ। ਭਾਈ ਸ਼ੀਹਾਂ ਨੇ ਆਖ ਦਿੱਤਾ, ਨਾ ਭਾਈ ਲਹਿਣਾ ਜੀ, ਜੇ ਗੁਜ਼ਾਰਾ ਕਰਨਾ ਹੈ ਜਾਂ ਕਰਵਾਉਣਾ ਹੈ ਤਾਂ ਉਹ ਬਾਬੇ ਨਾਨਕ ਨੇ ਕਰਵਾ ਦੇਣਾ, ਪਰ ਵਧੇਰੇ ਨਹੀਂ ਚਾਹੀਦਾ ਹੈ। ਕੱਢ ਲਿਆ ਗਿਆ ਵਧੇਰੇ ਅਨਾਜ, ਓਨੇ ਕੋ ਆਟੇ ਨੂੰ ਲੈ ਕੇ ਸੀਧੇ ਆਦਿਕ ਨੂੰ ਪਦਾਰਥਾਂ ਨੂੰ ਲੈ ਕਰ ਘਰ ਦੇ ਵਿੱਚ ਪਹੁੰਚੇ ਹਨ। ਤੇ ਅਗਾਂਹ ਜਿਹੜੀ ਘਰ ਵਾਲੀ ਜਿਹੜੀ ਸਵਾਣੀ ਹੈ, ਉਸ ਨੇ ਵੀ ਬਾਬੇ ਨਾਨਕ ਦੀ ਸਿੱਖਿਆ ਤੇ ਸਿੱਖੀ ਪ੍ਰਾਪਤ ਕੀਤੀ ਹੈ। ਸੰਤੁਸ਼ਟ ਹਨ, ਸੰਤੋਖ ਹਿਰਦੇ ਦੇ ਵਿੱਚ ਵਸਿਆ ਹੋਇਆ, ਸੈਟੀਸਫਾਈ ਹਨ, ਕਿਤੇ ਵੀ ਕਿਸੇ ਪ੍ਰਕਾਰ ਦੇ ਨਾਲ ਉਹ ਲਾਲਸਾ ਕਰਕੇ ਨਹੀਂ ਬੈਠੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਸੀ ਨਾ ਕਿ ਜੇਕਰ ਅਸੀਂ ਧਰਮ ਦੀ ਪ੍ਰਾਪਤੀ ਕਰਨੀ ਜਾਂ ਸਾਡੇ ਜੀਵਨ ਦੇ ਵਿੱਚ ਧਰਮ ਹੋਵੇ ਨਾ, ਤਾਂ ਪਹਿਲਾ ਇੱਕ ਗੁਣ ਹੋਣਾ ਜ਼ਰੂਰੀ ਕਿ ਸਾਡੇ ਅੰਦਰ ਦਇਆ ਹੋਵੇ। ਧਰਮੀ ਮਨੁੱਖ ਨਿਰਦਈ ਨਹੀਂ ਹੋ ਸਕਦਾ, ਤੇ ਨਿਰਦਈ ਮਨੁੱਖ ਜਿਹੜਾ ਉਹ ਧਰਮੀ ਨਹੀਂ ਹੋ ਸਕਦਾ ਹੈ। ਤੇ ਦੂਸਰਾ ਗੁਣ ਹੈ ਸੰਤੋਖ ਦਾ ਹੋਣਾ, ਸੰਤੁਸ਼ਟੀ ਦਾ ਹੋਣਾ ਜੀ। ਕਿਤੇ ਵੀ ਲਾਲਸਾ ਨਾ ਹੋਵੇ, ਦੂਸਰੇ ਦੇ ਹੱਕ ਦੇ ਉੱਪਰ ਕਬਜ਼ਾ ਕਰਨ ਦੀ ਲਾਲਸਾ ਮਨ ਦੇ ਵਿੱਚ ਇਸ ਪ੍ਰਕਾਰ ਦਾ ਜੀਵਨ ਨਾ ਹੋਵੇ ਜੀ।
ਤਾਂ ਸੰਤੋਖ ਹੈ ਜੀਵਨ ਦੇ ਵਿੱਚ, ਸੰਤੁਸ਼ਟੀ ਹੈ ਜੀਵਨ ਦੇ ਵਿੱਚ। ਬਹੁਤ ਹੀ ਸੁਚੱਜਾ ਜੀਵਨ। ਤੇ ਥੋੜਾ ਜਿਹਾ ਅਨਾਜ ਵੇਖ ਕੇ ਝਗੜਾ ਨਹੀਂ ਕੀਤਾ ਕਿ 3 ਦਿਨ ਤਾਂ ਅੱਗੇ ਹੋ ਗਏ, ਪ੍ਰਸ਼ਾਦਾ ਘਰ ਦੇ ਵਿੱਚ ਨਹੀਂ ਪੱਕਿਆ ਤੇ ਹੁਣ ਥੋੜਾ ਜਿਹਾ ਅਨਾਜ ਲੈ ਕੇ ਆਏ ਹੋ, ਇਸ ਦਾ ਮੈਂ ਕੀ ਕਰਾਂ। ਬਾਬੇ ਨਾਨਕ ਦੀ ਸਿੱਖਿਆ ਪ੍ਰਾਪਤ ਤੇ ਉਸ ਬਾਬੇ ਨਾਨਕ ਦਾ ਸ਼ੁਕਰਾਨਾ ਕੀਤਾ ਕਿ ਸੱਚੇ ਪਾਤਸ਼ਾਹ ਅੱਜ ਇੰਨਾ ਅਨਾਜ ਬਖਸ਼ਿਸ਼ ਕੀਤਾ, ਤੇਰਾ ਸ਼ੁਕਰਾਨਾ, ਤੇਰਾ ਧੰਨਵਾਦ ਹੈ। ਪ੍ਰਸ਼ਾਦੇ ਪਕਾਏ ਗਏ ਤੇ ਸਭੋ 3 ਜਿਹੜੇ ਪ੍ਰਸ਼ਾਦੇ ਹਨ ਉਹ ਓਨੇ ਕੁ ਅਨਾਜ ਦੇ ਨਾਲ ਤਿਆਰ ਹੋਏ ਹਨ। ਦੋਨੋਂ ਜੀ ਛਕਣ ਵਾਸਤੇ ਬੈਠ ਗਏ। ਭਾਈ ਲਹਿਣਾ ਜੀ ਖਲੋਤੇ ਵੇਖਦੇ ਪਏ, ਕਿਉਂਕਿ ਪਿੱਛੇ ਪਿੱਛੇ ਚੱਲ ਕੇ ਆ ਗਏ ਸੀ ਤੇ ਸੋਚਦੇ ਸਨ ਕਿ ਜ਼ਰੂਰ ਘਰ ਵਾਲੀ ਲੜੇਗੀ ਕਿ 3 ਦਿਨਾਂ ਦੇ ਪਿੱਛੋਂ ਅਨਾਜ ਕੀ ਲੈ ਕੇ ਆਇਆ ਹਾਂ, ਇੰਨੇ ਥੋੜੇ ਅਨਾਜ ਦੇ ਨਾਲ ਮੈਂ ਕੀ ਕਰਾਂਗੀ। ਪਰ ਇਸ ਪ੍ਰਕਾਰ ਨਾ ਹੋਇਆ। ਬੈਠ ਗਏ, ਪ੍ਰਸ਼ਾਦਾ ਛਕਣ ਲੱਗੇ ਤੇ ਇੱਕ ਨੇ ਦੂਜੇ ਨੂੰ ਆਖਿਆ ਕਿ ਭਾਈ ਤੁਸੀਂ 2 ਪ੍ਰਸ਼ਾਦੇ ਛਕ ਲਵੋ। ਦੂਸਰਾ ਅੱਗੋਂ ਆਖਦਾ ਨਹੀਂ, ਤੁਸੀਂ 2 ਛਕੋ, ਮੈਂ 1 ਛਕਦਾ ਹਾਂ। ਹੈਰਾਨ ਹਨ ਭਾਈ ਲਹਿਣਾ ਜੀ। 3 ਦਿਨਾਂ ਦੇ ਪਿੱਛੋਂ ਪ੍ਰਸ਼ਾਦਾ ਪ੍ਰਾਪਤ ਹੋਇਆ ਤੇ ਫਿਰ ਵੀ ਦੂਸਰੇ ਨੂੰ ਵਧੇਰੇ ਕੁਝ ਦੇਣ ਦੀ ਹਿਰਦੇ ਦੇ ਵਿੱਚ ਚਾਹਤ ਹੈ, ਇੱਛਾ ਹੈ। ਇਤਨੇ ਸਮੇਂ ਦੇ ਵਿੱਚ ਦਰ ਦੇ ਉੱਪਰ ਇੱਕ ਫਕੀਰ ਆ ਗਿਆ। ਫਕੀਰ ਨੇ ਆਵਾਜ਼ ਦਿੱਤੀ ਕਿ ਗੁਰੂ ਨਾਨਕ ਦਾ ਸਿੱਖਾ, ਮੈਂ ਤੇਰੇ ਦਰ ਤੇ ਆਇਆ ਹਾਂ, ਮੈਨੂੰ ਭੁੱਖ ਲੱਗੀ, ਮੈਨੂੰ ਪ੍ਰਸ਼ਾਦਾ ਛਕਾ ਦੇ। ਹੱਸ ਪਏ ਭਾਈ ਸ਼ੀਹਾਂ ਜੀ ਕਿ ਵੇਖੋ ਬਾਬੇ ਨਾਨਕ ਨੇ ਸਾਡਾ ਜਿਹੜਾ ਹਿਸਾਬ ਸੀ ਨਾ ਉਹ ਬਰਾਬਰ ਕਰ ਦਿੱਤਾ। 3 ਜਾਣੇ ਹੋ ਗਏ, 3 ਪ੍ਰਸ਼ਾਦੇ ਹੋ ਗਏ, ਬਰਾਬਰ ਵੰਡ ਕੇ ਛਕ ਲਵਾਂਗੇ। ਫਕੀਰ ਨੂੰ 1 ਪ੍ਰਸ਼ਾਦਾ ਦੇ ਦਿੱਤਾ। ਫਕੀਰ ਨੇ ਉਹ ਜਲਦੀ ਦੇ ਨਾਲ ਛਕਿਆ ਤੇ ਆਖਿਆ ਕਿ ਅਜੇ ਮੇਰੇ ਮਨ ਦੀ ਜਿਹੜੀ ਭੁੱਖ, ਪੇਟ ਦੀ ਭੁੱਖ ਪੂਰੀ ਨਹੀਂ ਹੋਈ। ਗੁਰੂ ਨਾਨਕ ਦਾ ਸਿੱਖਾ 1 ਪ੍ਰਸ਼ਾਦਾ ਹੋਰ ਚਾਹੀਦਾ ਹੈ। ਦੂਸਰਾ ਪ੍ਰਸ਼ਾਦਾ ਵੀ ਦੇ ਦਿੱਤਾ। ਉਹ ਆਪਣੇ ਰਾਹੇ ਤੁਰ ਗਿਆ। ਅੱਧਾ ਪ੍ਰਸ਼ਾਦਾ ਛਕ ਕੇ ਦੋਹਾਂ ਜੀਆਂ ਨੇ ਬਾਬੇ ਨਾਨਕ ਦਾ ਸ਼ੁਕਰਾਨਾ ਕੀਤਾ ਹੈ, ਕਿਉਂਕਿ ਉਹਨਾਂ ਨੂੰ ਭਰੋਸਾ ਸੀ ਉਹ ਦੇਵੇਗਾ ਤੇ ਉਸ ਅੱਧੇ ਪ੍ਰਸ਼ਾਦੇ ਦੇ ਨਾਲ ਵੀ ਉਹਨਾਂ ਨੇ ਗੁਜ਼ਾਰਾ ਕੀਤਾ ਹੈ। ਉਹ ਸੰਤੁਸ਼ਟ ਹੋਏ ਹਨ। ਉਹਨਾਂ ਦੀ ਜਿਹੜੀ ਭੁੱਖ ਹੈ ਨਾ ਉਹ ਖਤਮ ਹੋਈ ਹੈ। ਤੇ ਅਸੀਂ ਵੱਡੀ ਗਿਣਤੀ ਦੇ ਵਿੱਚ ਬੜਾ ਕੁਝ ਹੋਣ ਦੇ ਬਾਵਜੂਦ ਵੀ ਜਿਹੜੀ ਮਾਨਸਿਕ ਭੁੱਖ ਹੈ ਨਾ ਉਹ ਸਾਡੀ ਖਤਮ ਨਹੀਂ ਹੁੰਦੀ ਹੈ। 2 ਪ੍ਰਕਾਰ ਦੀ ਜੀ ਭੁੱਖ, ਇੱਕ ਸਰੀਰਕ ਤੇ ਇੱਕ ਮਾਨਸਿਕ। ਆਮ ਸ਼ਬਦਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਇੱਕ ਭੁੱਖਾ ਮਨੁੱਖ ਹੁੰਦਾ ਤੇ ਇੱਕ ਸ਼ੋਧਾ ਮਨੁੱਖ ਹੁੰਦਾ ਹੈ। ਭੁੱਖਾ ਮਨੁੱਖ ਹੈ ਨਾ ਤੇ ਉਹ ਪ੍ਰਸ਼ਾਦਾ ਛਕੇਗਾ, ਭੋਜਨ ਛਕੇਗਾ, ਸੰਤੁਸ਼ਟ ਹੋ ਜਾਵੇਗਾ, ਰੱਜ ਜਾਵੇਗਾ। ਪਰ ਸ਼ੋਧਾ ਮਨੁੱਖ ਜਿਹੜਾ ਉਹ ਕਦੇ ਵੀ ਰੱਜੇਗਾ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਆਰੰਭਤਾ ਦੇ ਵਿੱਚ ਸਮਝਾ ਦਿੱਤਾ ਸੀ ਐਸੇ ਮਨੁੱਖ ਦੇ ਸੰਬੰਧ ਦੇ ਵਿੱਚ ਕਿ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਬੇਸ਼ੱਕ ਬਹੁਤ ਸਾਰੇ ਪਦਾਰਥ ਪ੍ਰਾਪਤ ਹੋ ਜਾਵਨ ਪਰ ਅੰਦਰ ਦੀ ਜਿਹੜੀ ਭੁੱਖ ਉਹ ਮਿਟਦੀ ਨਹੀਂ, ਕਿਉਂਕਿ ਮਾਲਕ ਦੇ ਉੱਪਰ ਯਕੀਨ ਨਹੀਂ। ਦੂਸਰੇ ਦਾ ਜਿਹੜਾ ਸਾਨੂੰ ਹਮੇਸ਼ਾ ਹੀ ਪਦਾਰਥ ਵਧੇਰੇ ਹੀ ਲੱਗਦਾ ਹੈ। ਆਮ ਅਸੀਂ ਸਾਰਿਆਂ ਨੇ ਸੁਣਿਆ ਨਾ ਕਿ ਭਾਈ ਪਰਾਇਆ ਧਨ ਤੇ ਆਪਣੀ ਅਕਲ ਮਨੁੱਖ ਨੂੰ ਵਧੇਰੇ ਹੀ ਲੱਗਦੀ ਹੈ। ਬੜਾ ਸਾਡਾ ਕਾਰੋਬਾਰ ਹੋਵੇ ਨਾ ਤੇ ਅਸੀਂ ਫਿਰ ਵੀ ਆਖਦੇ ਹਾਂ ਕਿ ਨਹੀਂ ਉਹ ਦੂਸਰੇ ਦੇ ਕੋਲ ਵਧੇਰੇ ਹੈ। ਬੜੀ ਜ਼ਮੀਨ ਜਾਇਦਾਦ ਸਾਡੇ ਕੋਲ, ਬੜੀ ਮਾਲਕ ਦੀ ਕਿਰਪਾ, ਸੁਚੱਜੀ ਫਸਲ ਵੀ, ਪਰ ਦੂਸਰੇ ਦੇ ਕਮਾਦ ਤੇ ਦੂਸਰੇ ਦੀ ਫਸਲ ਵੇਖ ਕੇ ਅਸੀਂ ਝੂਰਦੇ ਹੋਵਾਂਗੇ ਕਿ ਉਸ ਨੂੰ ਵਧੇਰੇ ਝਾੜ ਪ੍ਰਾਪਤ ਹੋ ਰਿਹਾ, ਮੈਨੂੰ ਘੱਟ ਪ੍ਰਾਪਤ ਹੋ ਰਿਹਾ ਹੈ। ਕਿਉਂਕਿ ਸੰਤੁਸ਼ਟ ਨਹੀਂ ਹਾਂ ਅਸੀਂ ਸ਼ੁਕਰਾਨਾ ਨਹੀਂ ਕਰਦੇ, ਧੰਨਵਾਦ ਨਹੀਂ ਕਰਦੇ, ਅਸੀਂ ਨਾ ਸ਼ੁਕਰੇ ਹੋ ਚੁੱਕੇ ਹਾਂ। ਬੜੀ ਵਾਰ ਅੱਗੇ ਵੀ ਇਹ ਬੇਨਤੀ ਕੀਤੀ ਜੀ ਕਿ ਪਹਿਲਾਂ ਅਸੀਂ ਸ਼ੁਕਰਗੁਜ਼ਾਰ ਕਰਦੇ ਸਾਂ ਪਰਮਾਤਮਾ ਦਾ, ਅਸੀਂ ਸ਼ੁਕਰਗੁਜ਼ਾਰ ਹੁੰਦੇ ਸਾਂ ਉਸ ਵਾਹਿਗੁਰੂ ਜੀ ਦੇ ਪ੍ਰਤੀ। ਪ੍ਰਸ਼ਾਦੇ ਦੀ ਆਰੰਭਤਾ ਤੋਂ ਲੈ ਕੇ ਪ੍ਰਸ਼ਾਦਾ ਛਕਣ ਤੱਕ ਮਾਲਕ ਦਾ ਨਾਮ ਸਿਮਰਨ ਕੀਤਾ ਜਾਂਦਾ ਸੀ, ਉਸ ਦਾ ਧੰਨਵਾਦ ਕੀਤਾ ਜਾਂਦਾ ਸੀ, ਸ਼ੁਕਰਾਨਾ ਕੀਤਾ ਜਾਂਦਾ ਸੀ। ਕਿਸੇ ਨੂੰ ਪੁੱਛਣਾ ਕਿੰਨੇ ਕੋ ਦਾਣੇ ਹੋਏ ਤੇ ਉਸਨੇ ਆਖਣਾ ਜੀ ਬੜਾ ਕੁਝ ਪ੍ਰਾਪਤ ਹੋਇਆ ਹੈ, ਬੜੀ ਬਾਬੇ ਨਾਨਕ ਦੀ ਕਿਰਪਾ ਹੈ।
ਅੱਜ ਬੇਸ਼ੱਕ ਪਿਛਲੇ ਸਾਲ ਨਾਲੋਂ ਵਧੇਰੇ ਝਾੜ ਪ੍ਰਾਪਤ ਹੋਵੇ ਨਾ, ਤੇ ਅਸੀਂ ਇੰਨੇ ਨਾ ਸ਼ੁਕਰੇ ਹੋ ਗਏ ਕਿ ਅਸੀਂ ਕਹਿ ਦਿੰਦੇ ਹਾਂ ਕਿ ਪਿਛਲੀ ਵਾਰ ਤੇ ਦਾਣੇ 4 ਮਣ ਹੋ ਗਏ ਸੀ, ਇਸ ਵੇਰ ਤਾਂ ਹੋਇਆ ਹੀ ਕੁਝ ਨਹੀਂ। ਤਾਂ ਜਦੋਂ ਲਗਾਤਾਰ ਇਸ ਪ੍ਰਕਾਰ ਆਖਦੇ ਤੇ ਫਿਰ ਵਾਕਿਆ ਹੀ ਕੁਝ ਵੀ ਨਹੀਂ ਹੁੰਦਾ ਜੀ, ਸਾਰਾ ਕੁਝ ਖਤਮ ਹੋ ਜਾਂਦਾ, ਕਿਉਂਕਿ ਨਾ ਸ਼ੁਕਰੇ ਹੋ ਗਏ ਹਾਂ। ਪਹਿਲਾਂ ਪ੍ਰਸ਼ਾਦੇ ਪੱਕਦੇ ਸਨ ਤਾਂ ਜਿਹੜੀਆਂ ਘਰਾਂ ਦੇ ਵਿੱਚ ਚੰਗੇਰਾਂ ਜਾਂ ਛਿੱਕੂ ਆਦਿਕ ਹੁੰਦੇ ਸੀ ਨਾ, ਉਹਨਾਂ ਦੇ ਵਿੱਚ ਬੇਸ਼ੱਕ ਕੱਪੜੇ ਦੇ ਵਿੱਚ ਵਲੇਟ ਕੇ ਰੱਖੇ ਜਾਂਦੇ ਸੀ। ਅੱਜ ਕੱਲ ਤਾਂ ਪ੍ਰਸ਼ਾਦਿਆਂ ਨੂੰ ਰੱਖਣ ਵਾਸਤੇ ਬੜੇ ਪਦਾਰਥ ਆ ਗਏ। ਪਹਿਲੀ ਗੱਲ ਤਾਂ ਪ੍ਰਸ਼ਾਦੇ ਘਰਾਂ ਦੇ ਵਿੱਚ ਵਧੇਰੇ ਪੱਕਦੇ ਨਹੀਂ। ਪਹਿਲਾਂ ਪ੍ਰਸ਼ਾਦੇ ਵਧੇਰੇ ਘਰ ਦੇ ਵਿੱਚ ਹੁੰਦੇ ਸੀ ਕਿ ਭਾਈ ਕੋਈ ਵਸਦੇ ਘਰ ਦੇ ਵਿੱਚ ਆ ਜਾਵੇਗਾ, ਖਾਲੀ ਥੋੜਾ ਮੋੜਨਾ ਹੈ। ਕੋਈ ਆਕਰ ਸਵਾਲੀ ਕਵੇਗਾ ਕਿ ਮੈਂ ਪ੍ਰਸ਼ਾਦਾ ਛਕਣਾ, ਤੇ ਕੀ ਆਖਾਂਗੇ, ਪ੍ਰਸ਼ਾਦੇ ਹੈ ਨਹੀਂ ਹਨ। ਬਾਬੇ ਨਾਨਕ ਦਾ ਘਰ ਪ੍ਰਸ਼ਾਦੇ ਘਰ ਦੇ ਵਿੱਚ ਬਣਾ ਕੇ ਰੱਖੇ ਜਾਂਦੇ ਸੀ। ਸਵੇਰੇ ਵਧੇਰੇ ਪਕਾਉਣੇ, ਰਾਤ ਨੂੰ ਫਿਰ ਵਧੇਰੇ ਪਕਾ ਲੈਣੇ ਕਿ ਕੋਈ ਲੋੜਵੰਦ ਆ ਸਕਦਾ ਗਰਜ ਪੂਰੀ ਕਰਨ ਵਾਸਤੇ, ਹੋਰ ਨਹੀਂ। ਤੇ ਜਿਹੜਾ ਦਰ ਤੇ ਕੂਕਰ ਆਵੇਗਾ ਉਸ ਨੂੰ ਪਾਇਆ ਜਾਵੇਗਾ ਪ੍ਰਸ਼ਾਦਾ। ਉਹ ਵੀ ਆਸ ਕਰਕੇ ਆਇਆ ਨਾ ਕਿ ਵਸਦਾ ਘਰ ਹੈ। ਹੁਣ ਜਿਹੜੇ ਘਰ ਨੂੰ ਜਿੰਦਰਾ ਲੱਗਾ ਹੋਵੇ ਨਾ ਬਾਹਰੋਂ, ਜਾਂ ਜਿੱਥੇ ਕੋਈ ਵਸਦਾ ਹੀ ਨਾ ਹੋਵੇ, ਨਾ ਉੱਥੇ ਲੋੜਵੰਦ ਆਵੇਗਾ, ਨਾ ਉੱਥੇ ਜਾਨਵਰ ਆਵੇਗਾ, ਨਾ ਉੱਥੇ ਪੰਛੀ ਆਵੇਗਾ। ਵਸਦੇ ਘਰਾਂ ਦੇ ਸਨਮੁਖ ਲੋੜਵੰਦ ਆ ਕੇ ਆਵਾਜ਼ ਦਿੰਦੇ ਹਨ। ਉਹਨਾਂ ਘਰਾਂ ਦੇ ਵਿੱਚ ਪੰਛੀ ਵੀ ਆਉਂਦੇ, ਉਹਨਾਂ ਘਰਾਂ ਦੇ ਵਿੱਚ ਜਾਨਵਰ ਵੀ ਆਉਂਦੇ, ਕਿਉਂਕਿ ਵਸਦਾ ਘਰ ਪਤਾ ਕੁਝ ਨਾ ਕੁਝ ਪ੍ਰਾਪਤ ਹੋਵੇਗਾ। ਪਹਿਲਾਂ ਤਾਂ ਜੀ ਪ੍ਰਸ਼ਾਦੇ ਵਧੇਰੇ ਪੱਕ ਜਾਂਦੇ ਸਨ, ਤੇ ਹੁਣ ਤਾਂ ਆਟਾ ਗੁੰਨਣ ਤੋਂ ਪਹਿਲਾਂ ਹੀ ਪੁੱਛ ਲਿਆ ਜਾਂਦਾ ਹੈ ਬੱਚਿਆਂ ਦੇ ਪਿਤਾ ਨੂੰ ਕਿ ਦੱਸ ਦਿਓ ਕਿੰਨੇ ਪ੍ਰਸ਼ਾਦੇ ਛਕਣੇ। ਉਸੇ ਹੀ ਪ੍ਰਕਾਰ ਅਨਾਜ ਦੀ ਤਿਆਰੀ ਹੋਵੇਗੀ, ਆਟਾ ਗੁੰਨਿਆ ਜਾਵੇਗਾ, ਓਨੇ ਹੀ ਪ੍ਰਸ਼ਾਦੇ ਤਿਆਰ ਹੋਣਗੇ, ਉਸ ਤੋਂ ਵਧੇਰੇ ਨਹੀਂ ਪ੍ਰਸ਼ਾਦੇ ਤਿਆਰ ਹੋ ਸਕਦੇ। ਤੇ ਜਿਹੜਾ ਦਰ ਤੇ ਆ ਗਿਆ ਉਸ ਨੂੰ ਕੀ ਦੇਣਾ। ਘਰ ਦੇ ਵਿੱਚ ਜਿਹੜੇ ਜੀਵ ਹਨ ਉਹਨਾਂ ਨੂੰ ਵੀ ਗਿਣ ਕੇ ਛਕਾਇਆ ਜਾਂਦਾ ਜੀ ਪ੍ਰਸ਼ਾਦਾ। ਬਜ਼ੁਰਗਾਂ ਨੂੰ ਪੁੱਛ ਕੇ ਵੇਖ ਲਿਓ, ਕਦੇ ਵੀ ਪਰਿਵਾਰ ਦੇ ਵਿੱਚ ਗਿਣ ਕੇ ਨਹੀਂ ਸੀ ਪ੍ਰਸ਼ਾਦੇ ਛਕਾਏ ਜਾਂਦੇ ਜੀ। ਤੇ ਜੇਕਰ ਕਿਸੇ ਨੇ ਗੱਲ ਵੈਸੇ ਕਰ ਦੇਣੀ ਨਾ ਕਿ ਉਹ ਫਲਾਣੇ ਨੇ ਅਜੇ ਇੰਨੇ ਪ੍ਰਸ਼ਾਦੇ ਛਕ ਲਏ, ਤੇ ਜਿਹੜੀ ਬਜ਼ੁਰਗ ਮਾਤਾ ਪਕਾ ਰਹੀ ਹੁੰਦੀ ਸੀ ਨਾ, ਉਸਨੇ ਕਹਿ ਦੇਣਾ ਕਿ ਕਦੇ ਵੀ ਕਿਸੇ ਦੇ ਪ੍ਰਸ਼ਾਦੇ ਨਹੀਂ ਗਿਣੇਦੇ ਹਨ, ਨਾਲੇ ਮੈਂ ਪਕਾ ਰਹੀ, ਤੈਨੂੰ ਭਾਰ ਕਾਹਦਾ ਭਾਈ। ਇੱਕ ਜੀਵਨ ਸੀ ਸੁਚੱਜਾ ਜਿੱਥੇ ਸੰਤੁਸ਼ਟੀ ਸੀ। ਹੁਣ ਤਾਂ ਪਹਿਲਾਂ ਪੁੱਛ ਲਿਆ ਜਾਵੇਗਾ ਕਿ ਦੱਸੋ ਭਾਈ ਚੌਲ ਘਰ ਦੇ ਵਿੱਚ ਬਣੇ, ਸਬਜ਼ੀ ਹੈ, ਤਾਂ ਹੁਣ ਤੁਸੀਂ ਕਿੰਨੇ ਪ੍ਰਸ਼ਾਦੇ ਛਕੋਗੇ। ਉਸ ਤੋਂ ਵਧੇਰੇ ਵੀ ਨਹੀਂ। ਤੇ ਜੇਕਰ ਭੁੱਖ ਨਹੀਂ ਨਾ ਤੇ ਛਕਣੇ ਪੈਣੇ ਭਾਈ, ਵਧੇਰੇ ਰੱਖਿਆ ਵੀ ਨਹੀਂ ਜਾਣਾ, ਕਿਉਂਕਿ ਜਗ੍ਹਾ ਹੀ ਨਹੀਂ ਅਸੀਂ ਘਰਾਂ ਦੇ ਵਿੱਚ ਰੱਖੀ। ਤਾਂ ਇੱਕ ਜੀਵਨ ਸੀ ਜਿੱਥੇ ਸੰਤੁਸ਼ਟੀ ਸੀ, ਇੱਕ ਜੀਵਨ ਸੀ ਜਿੱਥੇ ਮਾਲਕ ਦੇ ਉੱਪਰ ਭਰੋਸਾ ਸੀ। ਕਬੀਰ ਸਾਹਿਬ ਜੀ ਨੇ ਅੱਜ ਵਾਲੇ ਸ਼ਬਦ ਦੇ ਵਿੱਚ ਸਾਨੂੰ ਇਹੋ ਹੀ ਸੰਤੋਖ, ਸੰਤੁਸ਼ਟੀ ਜਿਹੜੀ ਤੇ ਮਾਲਕ ਤੇ ਜਿਹੜਾ ਭਰੋਸਾ, ਉਸ ਦੀ ਸਿੱਖਿਆ ਦਿੱਤੀ। ਨਿਰੰਤਰ ਮਾਲਕ ਦਾ ਸਿਮਰਨ ਕਰਦੇ ਹਨ ਭਗਤ ਕਬੀਰ ਸਾਹਿਬ ਜੀ। ਤੇ ਜਿਹੜੀ ਕਿਰਤ ਵਾਲਾ ਕਾਰਜ ਸੀ ਵਿਦਵਾਨਾਂ ਦੇ ਅਨੁਸਾਰ ਛੱਡਿਆ। ਭਰੋਸਾ ਹੈ ਕਿ ਮਾਲਕ ਆਪ ਹੀ ਜਿਸ ਨੇ ਇਹ ਜੀਵਨ ਦਿੱਤਾ ਨਾ, ਉਹ ਰਿਜ਼ਕ ਵੀ ਆਪੇ ਦੇਵੇਗਾ। ਜਿਸ ਨੇ ਬੱਚੇ ਦਿੱਤੇ, ਜਿਸ ਨੇ ਇਹ ਪਰਿਵਾਰ ਬਖਸ਼ਿਸ਼ ਕੀਤਾ, ਪਰਿਵਾਰ ਵਾਸਤੇ, ਬੱਚਿਆਂ ਵਾਸਤੇ ਰਿਜ਼ਕ ਵੀ ਦੇਵੇਗਾ। ਵੇਖਿਆ ਇਸ ਪ੍ਰਕਾਰ ਦਾ ਜੀਵਨ, ਤਾਂ ਜਿਹੜੇ ਕਬੀਰ ਸਾਹਿਬ ਜੀ ਦੇ ਮਾਤਾ ਜੀ ਹਨ, ਉਹ ਫਿਰ ਪ੍ਰਮਾਤਮਾ ਦੇ ਸਨਮੁਖ ਅਰਦਾਸ ਕਰਦੇ ਹਨ, ਵਿਰਲਾਪ ਵੀ ਕਰਦੇ, ਰੋਂਦੇ ਵੀ ਹਨ, ਤੇ ਰੋ ਰੋ ਕੇ ਕਰਜ਼ ਕਰ ਰਹੇ ਹਨ ਕਿ ਮੁਸ ਮੁਸ ਰੋਵੇ ਕਬੀਰ ਕੀ ਮਾਈ। ਬੜੇ ਹੀ ਵਿਰਾਗ ਦੇ ਵਿੱਚ ਆਕਰ ਹੋ ਕੇ ਲੈ ਲੱਗ ਕਰ ਕਬੀਰ ਸਾਹਿਬ ਜੀ ਦੇ ਮਾਤਾ ਜੀ ਰੋ ਰਹੇ ਹਨ। ਤੇ ਅਰਦਾਸ ਕੀ ਕਰਦੇ, ਇਹ ਬਾਰਕ ਕੈਸੇ ਜੀਵੈ ਰਘੁਰਾਈ। ਇਹ ਪ੍ਰਮਾਤਮਾ ਜੀ, ਇਹ ਜਿਹੜੇ ਕਬੀਰ ਸਾਹਿਬ ਜੀ ਤੇ ਕਬੀਰ ਸਾਹਿਬ ਜੀ ਦੇ ਬੱਚੇ ਹਨ, ਬਾਲਕ ਹਨ, ਇਹ ਕਿਵੇਂ ਜੀਵਣਗੇ। ਕਿਉਂਕਿ ਜਿਹੜੀ ਕਮਾਈ ਦਾ ਸਾਧਨ ਕੋਈ ਵੀ ਨਹੀਂ। ਅਗਾਂਹ ਫਿਰ ਉਸ ਦਾ ਵੀ ਜ਼ਿਕਰ ਕੀਤਾ ਹੈ
ਕਿੱਥੋਂ ਖਾਵਣਗੇ, ਕਿਵੇਂ ਖਾਵਣਗੇ, ਕਿੱਥੋਂ ਅਨਾਜ ਪ੍ਰਾਪਤ ਹੋਵੇਗਾ। ਬੜੀ ਚਿੰਤਾ ਹੈ ਜੀ ਇਸ ਗੱਲ ਦੀ ਲੱਗੀ ਹੋਈ। ਕਾਰਨ ਵੀ ਦੱਸ ਦਿੱਤਾ ਕਿ ਤਨਨਾ ਬੁਣਨਾ ਸਭ ਤਜਿਓ ਹੈ ਕਬੀਰ। ਕਬੀਰ ਜੀ ਨੇ ਤਾਂ ਜਿਹੜਾ ਤਾਣਾ ਤਣਨਾ ਸੀ ਤੇ ਉਸ ਤੋਂ ਉਪਰੰਤ ਜਿਹੜੇ ਕੱਪੜੇ ਬੁਣਨੇ ਸੀ, ਇਹ ਸਾਰੇ ਦਾ ਸਾਰਾ ਕਾਰਜ ਛੱਡ ਦਿੱਤਾ ਹੈ। ਜਿਹੜੀ ਕਿਰਤ ਵਾਲਾ ਕਾਰਜ ਸੀ, ਜਿਹੜਾ ਕੰਮ ਕਰਦੇ ਸੀ ਖੱਡੀ ਦਾ, ਉਹ ਛੱਡ ਦਿੱਤਾ ਤੇ ਕੀਤਾ ਕੀ ਜੀ, ਨਿਰੰਤਰ ਹਰਿ ਕਾ ਨਾਮ ਲਿਖ ਲਿਓ ਸਰੀਰ। ਸਰੀਰ ਦੇ ਉੱਪਰ ਭਾਵ ਰਸਨਾ ਦੇ ਉੱਪਰ ਰੋਮ ਰੋਮ ਤੋਂ ਮਾਲਕ ਦਾ ਨਾਮ ਹੀ ਜਪਦੇ ਹਨ। ਗੁਰਮੁਖ ਰੋਮ ਰੋਮ ਹਰਿ ਧਿਆਵੈ। ਜਿਹੜਾ ਗੁਰਮੁਖ ਪ੍ਰਭੂ ਦਾ ਪਿਆਰਾ ਭਗਤ ਜਨ ਹੈ, ਉਹ ਰੋਮ ਰੋਮ ਕਰਕੇ, ਹਰੇਕ ਅੰਗ ਪੈਰ ਕਰਕੇ ਉਹ ਮਾਲਕ ਦਾ ਸਿਮਰਨ ਕਰਦਾ ਤੇ ਉਹਨਾਂ ਦੇ ਸਰੀਰ ਦੇ ਜਿਤਨੇ ਵੀ ਕਾਰਜਸ਼ੈਲੀ ਵਾਲੇ ਕਰਮ ਇੰਦਰੀ, ਗਿਆਨ ਇੰਦਰੀ, ਉਹ ਕਿਰਪਾ ਹੀ ਵੰਡਦੇ ਹਨ। ਆਮ ਅਸੀਂ ਵੇਖ ਸਕਦੇ ਨਾ ਕਿ ਕਈ ਵਾਰ ਕਿਹਾ ਜਾਂਦਾ ਕਿ ਜਿਹੜਾ ਬੰਦਗੀ ਵਾਲਾ ਮਨੁੱਖ ਹੈ ਨਾ, ਉਸ ਦੇ ਚਿਹਰੇ ਦੇ ਉੱਪਰ ਬੜਾ ਜਲਾਉ ਹੁੰਦਾ ਹੈ। ਮਨੁੱਖ ਦੇ ਦਰਸ਼ਨ ਕੀਤੇ ਤੇ ਜਿਹੜਾ ਜੀਵਨ ਸੀ ਨਾ, ਉਸ ਦਾ ਪਾਰ ਉਤਾਰਾ ਹੋ ਗਿਆ। ਅਸੀਂ ਹੋਰ ਵੀ ਇੱਕ ਰੂਪ ਦੇ ਵਿੱਚ ਵੇਖਦੇ ਕਿ ਸਾਡੇ ਆਂਢ ਗੁਆਂਢ ਦੇ ਵਿੱਚ, ਜੀਵਨ ਦੇ ਵਿੱਚ, ਜਿਨ੍ਹਾਂ 'ਚ ਅਸੀਂ ਵੀ ਆਉਂਦੇ ਹੋਵਾਂਗੇ, ਐਸਾ ਵੀ ਜੀਵਨ ਹੁੰਦਾ ਕਿ ਗੱਲ ਸਾਰੇ ਮੁਹੱਲੇ ਦੇ ਵਿੱਚ, ਪਿੰਡ ਦੇ ਵਿੱਚ ਪ੍ਰਚਲਿਤ ਹੁੰਦੀ ਕਿ ਉਹ ਮਨੁੱਖ ਦੇ ਸਵੇਰੇ ਸਵੇਰੇ ਨਾ ਮੱਥੇ ਲੱਗਿਆ ਜਾਵੇ। ਸਾਰਾ ਦਿਨ ਨਹੀਂ ਲੰਘਣਾ ਹੈ, ਸੋ ਚੱਜਾ ਨਹੀਂ ਲੰਘੇਗਾ। ਫਲਾਣੇ ਮਨੁੱਖ ਦੇ ਮੱਥੇ ਲੱਗੇ ਨਾ, ਤੇ ਜੇਕਰ ਜਾਣ ਲੱਗੇ ਹਾਂ ਕਿਸੇ ਕੰਮ ਤੇ ਉਹ ਕੰਮ ਰੁਕ ਜਾਵੇਗਾ। ਅਸੀਂ ਵੇਖਦੇ ਹਾਂ ਸਮਾਜ ਦੇ ਵਿੱਚ, ਹੋ ਸਕਦਾ ਮੇਰੇ ਪ੍ਰਤੀ ਵੀ ਵਿਚਾਰਾਂ ਇਸ ਪ੍ਰਕਾਰ ਦੀਆਂ ਹੋਵਨ, ਕਿਉਂਕਿ ਮੂੰਹ ਤੇ ਨਹੀਂ ਨਾ ਕੋਈ ਗੱਲ ਕਰਦਾ, ਮਗਰੋਂ ਹੀ ਚੱਲਦੀਆਂ ਰਹਿੰਦੀਆਂ ਹਨ ਕਿ ਭਾਈ ਇਸ ਦੇ ਮੱਥੇ ਲੱਗ ਕੇ ਤੁਰੇ ਨਾ ਤੇ ਕੋਈ ਵੀ ਕੰਮ ਜਿਹੜਾ ਉਹ ਸਿਰੇ ਨਹੀਂ ਚੜ੍ਹੇਗਾ। ਤੇ ਐਸੇ ਵੀ ਗੁਰਮੁਖ ਪਿਆਰੇ ਹੁੰਦੇ ਹਨ, ਨਾਮ ਬੰਦਗੀ ਵਾਲੇ, ਜਿਨ੍ਹਾਂ ਪ੍ਰਤੀ ਸਾਡੀ ਇਹ ਵਿਚਾਰ ਹੁੰਦੀ ਕਿ ਜੇਕਰ ਉਹ ਮੱਥੇ ਲੱਗ ਗਿਆ ਨਾ ਤੇ ਰੁਕਿਆ ਹੋਇਆ ਕੰਮ ਵੀ ਬਣ ਜਾਵੇਗਾ, ਕਿਉਂਕਿ ਉਹਨਾਂ ਦਾ ਮਸਤਕ, ਉਹਨਾਂ ਦੇ ਵੇਖਣ ਦਾ ਕਾਰਜ, ਜੀਵਨ ਜਿਹੜਾ ਉਹ ਰਹਿਮਤਾਂ ਵੰਡਦਾ, ਸੁਚੱਜਾ ਕਾਰਜ ਕਰਦਾ, ਉਹ ਭਜਨ ਬੰਦਗੀ ਵਾਲੇ ਹਨ। ਤੇ ਕਬੀਰ ਸਾਹਿਬ ਜੀ ਦੇ ਮਾਤਾ ਜੀ ਆਖਦੇ ਕਿ ਇਹ ਤਾਂ ਭਾਈ ਰੋਮ ਰੋਮ ਕਰਕੇ, ਸਮੁੱਚੇ ਸਰੀਰ ਕਰਕੇ ਹੀ ਮਾਲਕ ਦਾ ਨਾਮ ਧਿਆ ਰਹੇ। ਜਿਹੜਾ ਤਣਨਾ ਬੁਣਨ ਦਾ ਕਾਰਜ ਹੈ, ਤਾਣਾ ਤਣਨਾ ਖੱਡੀ ਦੇ ਉੱਪਰ ਬੈਠ ਕੇ ਤੇ ਫੇਰ ਕੱਪੜੇ ਆਦਿਕ ਬੁਣਨ ਦਾ ਜਿਹੜਾ ਕਾਰਜ, ਉਹ ਸਾਰਾ ਛੱਡ ਦਿੱਤਾ ਤੇ ਸਿਰਫ ਇੱਕੋ ਹੀ ਕਾਰਜ ਕਰਦੇ ਕਿ ਪਰਮਾਤਮਾ ਦੀ ਬੰਦਗੀ ਹੀ ਕਰਦੇ ਹਨ। ਰਹਾਉ ਤੋਂ ਉਪਰੰਤ ਕਬੀਰ ਸਾਹਿਬ ਜੀ ਨੇ ਫਿਰ ਮਾਤਾ ਜੀ ਨੂੰ ਸਮਝਾਇਆ ਹੈ। ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ, ਉਹਨਾਂ ਦੇ ਉੱਤਰ ਦੇ ਰਹੇ ਹਨ। ਜੋ ਸਵਾਲ ਸਨ ਕਿ ਕਿਉਂ ਨਹੀਂ ਮੈਂ ਕਿਰਤ ਕਰਦਾ ਪਿਆ ਜਾਂ ਕਿਉਂ ਨਹੀਂ ਮੈਂ ਕੰਮ ਕਰਦਾ ਪਿਆ, ਉਹ ਸਮਝਾਉਂਦੇ ਦੱਸਦੇ ਹਨ ਕਿ ਜਬ ਲਗ ਤਾਗਾ ਬਾਹਿਓ ਬੇਹੀ। ਹੁਣ ਜਦੋਂ ਕੋਈ ਤੰਦ ਨੂੰ ਵਿੱਚ ਪਾਉਣਾ ਹੁੰਦਾ ਸੀ ਨਾ, ਤਾਣੇ ਦੇ ਨਾਲ ਤਣਨ ਵਾਸਤੇ, ਤੇ ਜਿਹੜੀ ਲੋਹੇ ਦੀ ਇੱਕ ਨਲਕੀ ਹੁੰਦੀ ਸੀ, ਹੁਣ ਤਾਂ ਚਲੋ ਲੋਹੇ ਦੀ ਉਸ ਵੇਲੇ ਕਿਹੜੀ ਸੀ, ਇਹ ਤਾਂ ਕਬੀਰ ਸਾਹਿਬ ਜੀ ਜਾਂ ਸਮਕਾਲੀ ਲੋਕ ਹੀ ਜਾਣਦੇ ਹੋਵਣਗੇ। ਤਾਂ ਫੂਕ ਆਪਣੇ ਵੱਲ ਨੂੰ ਖਿੱਚ ਕੇ ਵਿੱਚੋਂ ਦੀ ਧਾਗਾ ਖਿੱਚਿਆ ਜਾਂਦਾ ਸੀ। ਤਾਂ ਕਬੀਰ ਜੀ ਆਖਦੇ ਕਿ ਜਦੋਂ ਮੈਂ ਧਾਗਾ ਖਿੱਚਦਾ ਹਾਂ ਨਲਕੀ ਦੇ ਵਿੱਚੋਂ ਦੀ, ਨਾਲੀ ਦੇ ਵਿੱਚੋਂ ਦੀ, ਤੇ ਜਿਹੜਾ ਉਹ ਸਵਾਸ ਹੈ ਮੇਰਾ ਬਿਰਥਾ ਚਲਿਆ ਜਾਂਦਾ ਹੈ। ਤਬ ਲਗ ਬਿਸਰੈ ਰਾਮ ਸਨੇਹੀ। ਜਿਹੜਾ ਉਹ ਪ੍ਰਮਾਤਮਾ ਵਾਹਿਗੁਰੂ ਜੀ ਹਨ ਜਾਂ ਜਿਨ੍ਹਾਂ ਦਾ ਮੈਂ ਨਾਮ ਜਪਦਾ ਹਾਂ, ਉਹ ਮੇਰਾ ਪਿਆਰਾ ਪ੍ਰਭੂ ਮੈਨੂੰ ਵਿਸਰ ਜਾਂਦਾ। ਤੇ ਜਿਹੜਾ ਇੱਕ ਸਵਾਸ ਲਈ ਵੀ ਪ੍ਰਮਾਤਮਾ ਦਾ ਨਾਮ ਵਿਸਾਰਨਾ ਹੈ ਨਾ, ਉਹ ਮੈਨੂੰ ਚੰਗਾ ਨਹੀਂ ਲੱਗਦਾ, ਮੇਰੇ ਮਨ ਨੂੰ ਭਾਉਂਦਾ ਨਹੀਂ, ਉਹ ਮੈਨੂੰ ਦੁੱਖ ਦਿੰਦਾ ਹੈ। ਹੁਣ ਵੇਖੀਏ ਇਹ ਵਾਲਾ ਜੀਵਨ, ਕਬੀਰ ਸਾਹਿਬ ਜੀ ਦੀ ਮਦਦ ਕਿਉਂ ਨਾ ਪ੍ਰਮਾਤਮਾ ਜੀ ਕਰਨਗੇ ਕਿ ਹਰੇਕ ਸਵਾਸ ਦੇ ਨਾਲ ਉਹ ਮਾਲਕ ਦਾ ਨਾਮ ਜਪਦੇ ਪਏ ਜੇ।
ਤੇ ਅਸੀਂ ਕੀ ਕਰਦੇ ਹਾਂ, ਸਾਰੇ ਵੱਡੀ ਗਿਣਤੀ ਦੇ ਵਿੱਚ ਚਲੋ ਬੜੇ ਹੋਵਣਗੇ ਮਾਲਕ ਦੀ ਕਿਰਪਾ ਦੇ ਪਾਤਰ, ਜਿਹੜੇ ਨਿਰੰਤਰ ਬਾਣੀ ਦਾ ਜਾਪ ਕਰਦੇ, ਜਿਹੜੇ ਨਿਰੰਤਰ ਵਾਹਿਗੁਰੂ ਜੀ ਦਾ ਸਿਮਰਨ ਕਰਦੇ। ਨਹੀਂ ਤਾਂ ਅਸੀਂ ਵੱਡੀ ਗਿਣਤੀ ਦੇ ਵਿੱਚ ਸਵੇਰੇ ਨਿਤਨੇਮ ਕਰ ਲਿਆ, ਜਪਜੀ ਦਾ ਜਾਪ ਕਰ ਲਿਆ, ਤੇ ਸ਼ਾਮਾਂ ਨੂੰ ਫਿਰ ਵੇਖਾਂਗੇ ਰਹਿ ਰਸ ਦਾ ਪਾਠ ਕਰ ਲਵਾਂਗੇ। ਸਾਰਾ ਦਿਨ ਫਿਰ ਸਾਡਾ ਗੱਲਾਂ ਬਾਤਾਂ ਦੇ ਵਿੱਚ, ਵਿਕਾਰਾਂ ਦੇ ਵਿੱਚ, ਕਾਰੋਬਾਰ ਦੇ ਵਿੱਚ ਹੀ ਬਤੀਤ ਹੁੰਦਾ। ਦਿਨ ਦੇ ਵਿੱਚ ਕਦੇ ਵੀ ਅਸੀਂ ਪਰਮਾਤਮਾ ਦਾ ਜ਼ਿਕਰ ਨਹੀਂ ਕੀਤਾ ਜੀ। ਤੇ ਕਬੀਰ ਸਾਹਿਬ ਜੀ ਆਖਦੇ ਕਿ ਇੱਕ ਵੀ ਸਵਾਸ ਮੇਰਾ ਵਿਅਰਥ ਨਾ ਚਲਿਆ ਜਾਵੇ, ਕਿਉਂਕਿ ਇੱਕ ਵੀ ਸਵਾਸ ਜਿਹੜਾ ਇਸ ਪ੍ਰਕਾਰ ਮਾਲਕ ਦੇ ਨਾਮ ਤੋਂ ਵਿਅਰਥ ਜਾਣਾ ਨਾ, ਉਹ ਮੈਨੂੰ ਭਾਉਂਦਾ ਨਹੀਂ। ਕੀ ਪਤਾ ਉਸੇ ਹੀ ਸਮੇਂ ਦੇ ਵਿੱਚ ਮੌਤ ਆ ਜਾਵੇ ਤੇ ਪ੍ਰਮਾਤਮਾ ਤੋਂ ਵਿਛੜ ਕੇ ਜੀਵਨ ਜਿਹੜਾ ਉਹ ਚਲਿਆ ਜਾਵੇ, ਕਿਉਂਕਿ ਉਸ ਸਵਾਸ ਦੇ ਵਿੱਚ ਤਾਂ ਨਾਮ ਜਪਿਆ ਨਹੀਂ ਗਿਆ ਨਾ। ਸਮਝਾਉਂਦੇ ਹਨ ਭਗਤ ਸਾਹਿਬਾਨ ਜੀ ਕਿ ਭਾਈ ਜਦੋਂ ਅੰਤ ਦਾ ਸਮਾਂ ਹੋਵੇ ਨਾ, ਉਸ ਵੇਲੇ ਮਾਲਕ ਦਾ ਜ਼ਿਕਰ ਕੀਤਾ ਜਾਵੇ। ਜਿਸ ਪ੍ਰਕਾਰ ਦੀ ਅੰਤਲੇ ਸਵਾਸ ਦੇ ਵਿੱਚ ਸਾਡੀ ਵਿਚਾਰਧਾਰਾ ਹੋਵੇਗੀ ਨਾ, ਉਸੇ ਹੀ ਪ੍ਰਕਾਰ ਫਿਰ ਅਗਲਾ ਜਨਮ, ਅਗਲਾ ਜੀਵਨ ਪ੍ਰਾਪਤ ਹੋਵੇਗਾ। ਤੇ ਕਿਸੇ ਨੇ ਪੁੱਛਿਆ ਕਿ ਭਗਤ ਜੀ ਇਹ ਕਿਵੇਂ ਪਤਾ ਲੱਗੇਗਾ ਕਿ ਆ ਜਿਹੜਾ ਸਵਾਸ ਅਸੀਂ ਲਿਆ ਇਹ ਆਖਰੀ ਸਵਾਸ ਹੈ, ਜਾਂ ਆਖਰੀ ਸਵਾਸ ਕਿਹੜਾ ਹੋਵੇਗਾ, ਕਿਵੇਂ ਜਾਣ ਸਕਦੇ? ਤੇ ਭਗਤ ਜੀ ਨੇ ਫਿਰ ਸਮਝਾ ਦਿੱਤਾ ਸੀ ਕਿ ਭਾਈ ਹਰੇਕ ਸਵਾਸ ਨੂੰ ਹੀ ਅਖੀਰਲਾ ਸਵਾਸ ਮੰਨੋ। ਹਰੇਕ ਸਵਾਸ ਦੇ ਨਾਲ ਹੀ ਮਾਲਕ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਜਾਵੇ। ਕਬੀਰ ਸਾਹਿਬ ਜੀ ਆਖਦੇ ਓਸ਼ੀ ਮਤ ਮੇਰੀ ਜਾਤ ਜੁਲਾਹਾ, हे ਮਾਤਾ ਮੇਰੀ ਜਿਹੜੀ ਮੱਤ ਬੜੀ ਹੌਲੀ ਤੇ ਮੇਰੀ ਜਿਹੜੀ ਜ਼ਾਤ ਹੈ ਨਾ, ਇਹ ਵੀ ਬੜੀ ਨੀਵੀਂ ਜਾਂ ਗਰੀਬਾਂ ਜਾਂ ਵਾਲੀ ਹੈ। ਕਿਉਂਕਿ ਆਮ ਰੂਪ ਦੇ ਵਿੱਚ ਜਿਹੜੇ ਸਮਾਜਿਕ ਛੂਤ ਛਾਤ ਦਾ ਸੀ ਨਾ ਜ਼ਿਕਰ, ਉਸ ਰੂਪ ਦੇ ਵਿੱਚ ਛੂਤ ਛਾਤ ਦੇ ਅਨੁਸਾਰ ਅਖੌਤੀ ਬਣੀਆਂ ਹੋਈਆਂ ਜਾਤਾਂ ਸਦਕਾ ਭਗਤ ਕਬੀਰ ਸਾਹਿਬ ਜੀ ਜੁਲਾਹਾ ਜਾਤੀ ਦੇ ਨਾਲ ਸੰਬੰਧਿਤ ਸਨ। ਤੇ ਬ੍ਰਾਹਮਣ ਨੇ, ਮਨੂ ਜੀ ਨੇ ਇਸ ਨੂੰ ਸ਼ੂਦਰਾਂ ਦੇ ਵਿੱਚ ਰੱਖਿਆ ਹੋਇਆ ਸੀ ਤੇ ਆਖਿਆ ਕਿ ਜਾਤ ਮੇਰੀ ਛੋਟੀ ਹੈ, ਮੱਤ ਮੇਰੀ ਬੜੀ ਹੌਲੀ ਹੈ, ਪਰ ਇੱਕ ਕਾਰਜ ਕੀਤਾ ਜੀ, ਪ੍ਰਮਾਤਮਾ ਨੇ ਕਿਰਪਾ ਕੀਤੀ, ਹਰ ਕਾ ਨਾਮ ਲਿਓ ਮੈਂ ਲਾਹਾ। ਪਰ ਇੱਥੇ ਆਕਰ ਇਹ ਛੋਟੀ ਜਾਤ ਦੇ ਵਿੱਚ ਵੀ, ਹੌਲੀ ਮੱਤ ਦੇ ਵਿੱਚ ਵੀ ਜਿਹੜਾ ਇੱਕ ਸੁਚੱਜਾ ਲਾਹਾ ਹੈ ਨਾ, ਮਾਲਕ ਵਾਹਿਗੁਰੂ ਜੀ ਦਾ ਨਾਮ, ਉਹ ਮੈਂ ਜਪ ਲਿਆ, ਉਸ ਨੂੰ ਹਿਰਦੇ ਦੇ ਵਿੱਚ ਵਸਾ ਲਿਆ ਹੈ। ਸਤਿਗੁਰੂ ਜੀ ਨੇ ਸਮਝਾਇਆ, ਗੂਜਰੀ ਜਾਤ ਗਵਾਰ ਜਾਂ ਸ਼ਹੁ ਪਾਏ ਆਪਣਾ। ਜਿਹੜੀ ਗਵਾਲਿਆਂ ਦੀ ਲੜਕੀ ਰਾਧਾ, ਉਸ ਨੇ ਆਪਣਾ ਪਤੀ ਪ੍ਰਮਾਤਮਾ ਸ਼੍ਰੀ ਕ੍ਰਿਸ਼ਨ ਜੀ ਦੀ ਪ੍ਰਾਪਤੀ ਕਰ ਲਈ। ਤੇ ਇਹ ਮਨੁੱਖ, ਇਹ ਜੀਵ, ਤੂੰ ਆਪਣੇ ਆਪ ਨੂੰ ਉੱਚੀ ਜਾਤ ਦਾ ਬੜਾ ਮਾਣ ਕਰਦਾ ਨਾ ਕਿ ਮੇਰੀ ਜਾਤ ਬੜੀ ਉੱਚੀ ਹੈ। ਮਾਣ ਹੈ ਤੈਨੂੰ ਆਪਣੀ ਜਾਤ ਦੇ ਉੱਪਰ, ਆਪਣੀ ਗੋਤ ਦੇ ਉੱਪਰ, ਆਪਣੇ ਆਪ ਦੇ ਉੱਪਰ, ਤੇ ਤੂੰ ਕਦੋਂ ਪ੍ਰਮਾਤਮਾ ਪ੍ਰਾਪਤ ਕਰੇਗਾ? ਨੀਵੀਂ ਜਾਤ ਵਾਲਾ ਉਹ ਤਾਂ ਪ੍ਰਮਾਤਮਾ ਪ੍ਰਾਪਤ ਕਰ ਗਿਆ। ਕਬੀਰ ਸਾਹਿਬ ਜੀ ਨੂੰ ਆਪਣੀ ਨੀਵੀਂ ਜਾਤ ਦੇ ਉੱਪਰ ਵੀ ਮਾਣ ਹੈ ਕਿ ਭਾਈ ਬੇਸ਼ੱਕ ਮੇਰੀ ਜਾਤ ਜਿਹੜੀ ਨੀਵੀਂ ਸੀ, ਮੱਤ ਮੇਰੀ ਹੌਲੀ, ਪਰ ਫਿਰ ਵੀ ਮੈਂ ਲਾਹਾ ਜਿਹੜਾ ਮਾਲਕ ਦੇ ਨਾਮ ਦਾ ਖੱਟ ਲਿਆ। ਤੇ ਬਾਕੀ ਜੀਵਾਂ ਨੂੰ ਸਮਝਾਉਂਦੇ ਕਿ ਤੁਸੀਂ ਆਪਣੀ ਜਾਤ ਨੂੰ ਬੜਾ ਉੱਚਾ ਮੰਨਿਆ, ਜਾਤ ਦਾ ਹੰਕਾਰ ਕੀਤਾ, ਤੇ ਆਪਣੇ ਆਪ ਨੂੰ ਸਿਆਣਾ ਵੀ ਬੜਾ ਮੰਨ ਲਿਆ ਕਿ ਜਿੰਨਾ ਮੈਂ ਸਿਆਣਾ ਕੋਈ ਦੂਸਰਾ ਹੋਰ ਸਿਆਣਾ ਹੈ ਹੀ ਨਹੀਂ। ਤੇ ਕੀ ਵਾਕਿਆ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ, ਕੀ ਜਪਿਆ ਹੈ ਮਾਲਕ ਵਾਹਿਗੁਰੂ ਜੀ ਦਾ ਨਾਮ। ਤੇ ਫਿਰ ਆਖਦੇ ਹਨ, ਕਹਿਤ ਕਬੀਰ ਸੁਨੋ ਮੇਰੀ ਮਾਈ। ਇਹ ਮਾਤਾ ਜੀ ਮੇਰੀ ਜਿਹੜੀ ਗੱਲ ਹੈ ਨਾ, ਉਸ ਨੂੰ ਸੁਣਨਾ ਕਰੋ। ਹਮਰਾ ਇਨਕਾ ਦਾਤਾ ਏਕ ਰਘੁਰਾਈ। ਇਹ ਮਾਤਾ ਜੀ ਮੇਰਾ ਤੇ ਮੇਰੇ ਬੱਚਿਆਂ ਦਾ, ਭਾਵ ਮੇਰੇ ਸਮੁੱਚੇ ਪਰਿਵਾਰ ਦਾ ਜਿਹੜਾ ਮਾਲਕ ਹੈ ਜਾਂ ਇਹਨਾਂ ਨੂੰ ਰਿਜ਼ਕ ਦੇਣ ਵਾਲਾ ਹੈ ਨਾ, ਉਹ ਇੱਕ ਪਰਮਾਤਮਾ ਹੈ। ਉਹ ਰਿਜ਼ਕ ਦੇਵੇਗਾ ਤੇ ਉਹ ਰਿਜ਼ਕ ਦਿੰਦਾ ਵੀ ਪਿਆ। ਕਬੀਰ ਸਾਹਿਬ ਜੀ ਨੇ ਸਾਨੂੰ ਸਮੁੱਚੇ ਸ਼ਬਦ ਦੇ ਵਿੱਚ ਪਰਮਾਤਮਾ ਦੇ ਉੱਪਰ ਭਰੋਸਾ ਰੱਖਣ ਵਾਸਤੇ ਆਖਿਆ, ਯਕੀਨ ਕਰਨ ਵਾਸਤੇ ਸਮਝਾਇਆ ਕਿ ਭਾਈ ਉਸ ਨੇ ਜੇਕਰ ਇਹ ਜੀਵਨ ਦਿੱਤਾ ਨਾ, ਤੇ ਉਹ ਰਿਜ਼ਕ ਵੀ ਦੇਵੇਗਾ, ਉਹ ਰੁਜ਼ਗਾਰ ਵੀ ਦੇਵੇਗਾ, ਉਹ ਕਾਰੋਬਾਰ ਵੀ ਦੇਵੇਗਾ, ਉਹ ਚੰਗਾ ਜੀਵਨ ਵੀ ਦੇਵੇਗਾ। ਪਰ ਭਰੋਸਾ ਰੱਖ ਕੇ ਚੱਲ,
ਉਸ ਤੋਂ ਭਰੋਸਾ ਕਦੇ ਵੀ ਆਪਣਾ ਉੱਠਣ ਨਾ ਦੇਵੀ। ਮਾਲਕ ਜੀ ਰਹਿਮਤ ਕਰਨ, ਸਾਡਾ ਵੀ ਜੀਵਨ ਇਸੇ ਹੀ ਪ੍ਰਕਾਰ ਦਾ ਬਣ ਜਾਵੇ, ਜਿਸ ਦੇ ਵਿੱਚ ਨਿਰੰਤਰ ਮਾਲਕ ਵਾਹਿਗੁਰੂ ਜੀ ਦੇ ਉੱਪਰ ਯਕੀਨ ਹੋਵੇ, ਇੱਕ ਭਰੋਸਾ ਹੋਵੇ, ਤੇ ਸਾਡਾ ਜਿਹੜਾ ਭਰੋਸਾ ਹੈ ਉਹ ਕਦੇ ਵੀ ਡੋਲਦਾ ਨਾ ਹੋਵੇ। ਤੇ ਫਿਰ ਮਾਲਕ ਜੀ ਕਿਰਪਾ ਕਰਦੇ ਹਨ, ਖੁਸ਼ੀਆਂ ਖੇੜੀਆਂ ਦੀਆਂ ਦਾਤਾਂ ਬਖਸ਼ਿਸ਼ ਕਰਦੇ। ਸਤਿਗੁਰੂ ਜੀ ਕਿਰਪਾ ਕਰਨ, ਸਮੁੱਚੀ ਸੰਗਤ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਜੀ। ਦਰੋਂ ਘਰੋਂ ਸਿੱਖੀ ਨਾਮਦਾਨ ਭਰੋਸਾ ਦਾਨ ਬਖਸ਼ਿਸ਼ ਕਰਨ। ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ, ਆਪਸੀ ਪਰਸਪਰ ਪਿਆਰ ਇਤਫਾਕ ਸਲੂਕ ਦੀ ਦਾਤ ਬਖਸ਼ਿਸ਼ ਕਰਨ ਜੀ। ਸੰਸਾਰ ਦੇ ਭਲੇ ਵਾਸਤੇ, ਆਂਢ ਗੁਆਂਢ ਦੇ ਭਲੇ ਵਾਸਤੇ, ਪਰਿਵਾਰ ਦੇ ਭਲੇ ਵਾਸਤੇ, ਆਪਣੇ ਭਲੇ ਵਾਸਤੇ ਅਰਦਾਸ ਕਰਦਿਆਂ ਹੋਇਆਂ ਸਾਰੀ ਸੰਗਤ ਉਚਾਰਨ ਕਰੋ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਅਸਨਾ ਪਵਿੱਤਰ ਕਰੋ, ਉਚਾਰਨ ਕਰੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਸ ਮਾਲਕ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਵੇ ਜੀ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਕਹਿਤ ਕਬੀਰ ਸੁਨੋ ਮੇਰੀ ਮਾਈ, ਹਮਰਾ ਇਨਕਾ ਦਾਤਾ ਏਕ ਰਘੁਰਾਈ। ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਜੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ, ਗੁਰੂ ਰੂਪ ਸੰਗਤ ਬਖਸ਼ਣ ਯੋਗ ਹੈ ਜੀ। ਬਖਸ਼ ਲੈਣਾ ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।